ਜੇਕਰ ਆਇਤ ਦੇ ਇੱਕ ਵਿਕਰਣ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਆਇਤ ਦੇ ਦੂਜੇ ਵਿਕਰਣ ਦੀ ਲੰਬਾਈ ਡੈਸ਼ ਹੋਵੇਗੀ। ਇਸ ਦਾ ਇੰਗਲਿਸ਼ ਦੇ ਵਿੱਚ ਮੀਨਿੰਗ ਇਹ ਹੋਏਗਾ, ਦੇਖੋ ਆਇਤ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਰੈਕਟੈਂਗਲ ਨੂੰ, ਵਿਕਰਨ ਦਾ ਮੀਨਿੰਗ ਹੁੰਦਾ ਹੈ ਡਾਇਗਨਲ, ਤੇ ਲੰਬਾਈ ਹੋ ਗਿਆ ਲੈਂਥ। ਵੀ ਰੈਕਟੈਂਗਲ ਦੇ ਇੱਕ ਡਾਇਗਨਲ ਯਾਨੀ ਕਿ ਜੋ ਵਨ ਡਾਇਗਨਲ ਹੈ ਰੈਕਟੈਂਗਲ ਦਾ, ਉਸ ਦੀ ਲੈਂਥ ਜੋ ਹੈ ਉਹ 6 ਸੈਂਟੀਮੀਟਰ ਹੈ। ਤੇ ਸਾਨੂੰ ਜੋ ਹੈ ਰੈਕਟੈਂਗਲ ਦੇ ਦੂਜੇ ਡਾਇਗਨਲ ਦੀ ਲੈਂਥ ਦੱਸਣੀ ਹੈ। ਹੁਣ ਆਇਤ ਜਾਂ ਜੋ ਰੈਕਟੈਂਗਲ ਹੁੰਦਾ ਹੈ ਉਸ ਦੀ ਇੱਕ ਪ੍ਰੋਪਰਟੀ ਹੈ ਵੀ ਇਸ ਦੇ ਜੋ ਡਾਇਗਨਲਸ ਹੈ ਵਿਕਰਨ ਨੇ, ਉਹਨਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਲੈਂਥ ਇਕੁਅਲ ਹੁੰਦੀ ਹੈ। ਅਗਰ ਇੱਕ ਵਿਕਰਨ ਮੀਨਸ ਇੱਕ ਡਾਇਗਨਲ ਦੀ ਜੋ ਲੈਂਥ ਹੈ ਲੰਬਾਈ ਹੈ ਉਹ 6 ਸੈਂਟੀਮੀਟਰ ਹੈ, ਤਾਂ ਦੂਜੇ ਵਿਕਰਨ ਜਾਂ ਦੂਜੇ ਡਾਇਗਨਲ ਦੀ ਜੋ ਲੰਬਾਈ ਹੈ ਉਹ ਵੀ ਜੋ ਹੈ 6 ਸੈਂਟੀਮੀਟਰ ਹੀ ਹੋਵੇਗੀ। ਹਾਂਜੀ। 6 सेंटीमीटर इज द राइट आंसर। ਸੀ ਔਰ ਐਮ ਜੋ ਹੈ ਇਹ ਸਮਾਲ ਹੀ ਲਿਖਣਾ ਹੁੰਦਾ ਹੈ, ਠੀਕ ਹੈ। ਇਹਨਾਂ ਨੂੰ ਅਸੀਂ ਸਮਾਲ ਅਲਫਾਬੈਟਸ ਦੇ ਨਾਲ ਹੀ ਜੋ ਹੈ ਲਿਖਦੇ ਹਾਂ। ਸੀ ਦਾ ਮੀਨਿੰਗ ਹੁੰਦਾ ਹੈ ਸੈਂਟੀ ਤੇ ਐਮ ਦਾ ਮੀਨਿੰਗ ਹੁੰਦਾ ਹੈ ਮੀਟਰ, ਸੈਂਟੀਮੀਟਰ। ਸੈਕਿੰਡ ਹੈ ਜੀ, ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ। ਪਾਈ ਚਾਰਟ ਦੇਖੋ ਜੋ ਗੋਲਾ ਹੁੰਦਾ ਹੈ, ਮੈਂ ਤੁਹਾਨੂੰ ਸਮਝਾ ਦਿੰਦਾ। ਹਾਂਜੀ। ਕੁਝ ਪਾਈ ਚਾਰਟ ਜੋ ਹੈ ਤੁਸੀਂ ਇੱਦਾਂ ਦੇ ਦੇਖੇ ਹੋਣੇ ਨੇ, ਇੱਕ ਗੋਲਾ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਐਂਗਲ, ਜਿਵੇਂ ਇੱਥੇ ਮੰਨ ਲਓ ਕਿ ਇੱਥੇ 30 ਡਿਗਰੀ ਹੈ, 30 ਡਿਗਰੀ ਹੈ। ਇਵੇਂ ਇੱਕ ਐਂਗਲ ਇੱਥੇ ਹੈ, ਠੀਕ ਹੈ। ਇੱਕ ਐਂਗਲ ਤੋਂ ਭਾਵ ਹੈ ਕੋਣ ਤੋਂ, ਠੀਕ ਹੈ। ਐਂਗਲ ਦਾ ਮੀਨਿੰਗ ਹੁੰਦਾ ਹੈ ਕੋਣ। ਹਾਂਜੀ। ਇੱਕ ਐਂਗਲ ਇਹ ਹੈ, ਇੱਕ ਐਂਗਲ ਇਹ ਹੈ। ਤਾਂ ਇਹਨਾਂ ਸਾਰੇ ਕੋਣਾਂ ਦਾ ਜਾਂ ਸਾਰੇ ਐਂਗਲਸ ਦਾ, ਠੀਕ ਹੈ, ਇਹਨਾਂ ਨੂੰ ਸੈਂਟਰਲ ਐਂਗਲ ਕਿਹਾ ਜਾਂਦਾ ਹੈ। ਇਹਨਾਂ ਦਾ ਜੋ ਸਮ ਹੁੰਦਾ ਹੈ, ਜੋ ਟੋਟਲ ਹੁੰਦਾ ਹੈ, ਉਹ 360 ਡਿਗਰੀ ਦੇ ਬਰਾਬਰ ਹੁੰਦਾ ਹੈ, ਠੀਕ ਹੈ। ਜੋ ਪਾਈ ਚਾਰਟ ਹੁੰਦਾ ਹੈ ਉਹਦੇ ਵਿੱਚ ਜਿਹੜੇ ਇਹ ਸੈਂਟਰਲ ਐਂਗਲ ਹੁੰਦੇ ਨੇ, ਇਹਨਾਂ ਦਾ ਜੋ ਸਮ ਹੈ, ਟੋਟਲ ਹੈ, ਉਹ 360 ਡਿਗਰੀ 360 ਡਿਗਰੀ ਦੇ ਬਰਾਬਰ ਹੁੰਦਾ ਹੈ। ਹਾਂਜੀ। ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ, ਤਾਂ ਇੱਥੇ ਅਸੀਂ ਫਿਲ ਕਰਾਂਗੇ 360 ਡਿਗਰੀ। ਇਹ ਜਿਹੜਾ ਮੈਂ ਮਤਲਬ ਉੱਪਰ ਇੱਕ ਛੋਟਾ ਜਿਹਾ ਓ ਬਣਾਇਆ ਹੈ ਨਾ, ਇਹ ਜੋ ਹੈ ਸਿੰਬਲ ਹੈ ਡਿਗਰੀ ਦਾ। ਅਗਰ ਕਿਸੇ ਕੋਣ ਨੂੰ ਜਾਂ ਐਂਗਲ ਨੂੰ ਅਸੀਂ ਲਿਖਣਾ ਹੁੰਦਾ ਹੈ ਤਾਂ ਇਹ ਵਾਲਾ ਜੋ ਮੈਂ ਜ਼ੀਰੋ ਬਣਾਇਆ ਹੈ ਜਾਂ ਸਮਾਲ ਓ ਬਣਾਇਆ ਹੈ, ਇਹ ਨਾਲ ਜ਼ਰੂਰ ਲਿਖੀਦਾ ਹੁੰਦਾ ਹੈ। ਐਂਗਲ ਜਾਂ ਕੋਣ ਦੀ ਜੋ ਯੂਨਿਟਸ ਨੇ ਉਹ ਡਿਗਰੀ ਨੇ, ਠੀਕ ਹੈ। ਇਸ ਨੂੰ ਡਿਗਰੀ ਕਿਹਾ ਜਾਂਦਾ ਹੈ। 360 ਡਿਗਰੀ, 360 ਡਿਗਰੀ। ਨੈਕਸਟ ਹੈ ਜੀ 9,60,400, 9,60,600 ਦੇ ਵਰਗਮੂਲ ਵਿੱਚ ਸਿਫਰਾਂ ਦੀ ਗਿਣਤੀ ਡੈਸ਼ ਹੋਵੇਗੀ। ਤਾਂ ਇਸ ਦਾ ਪਹਿਲਾਂ ਅਸੀਂ ਵਰਗਮੂਲ ਜੋ ਹੈ ਲੈ ਕੇ ਦੇਖ ਲੈਂਦੇ ਹਾਂ ਜੀ। 9,60,600। ਹਾਂਜੀ। ਕੁਝ ਇੱਦਾਂ ਦਾ ਜੋ ਹੈ ਸਾਈਨ ਹੁੰਦਾ ਹੈ, ਸਿੰਬਲ ਹੁੰਦਾ ਹੈ ਵਰਗਮੂਲ ਦਾ, ਠੀਕ ਹੈ। 9,60,400। ਹਾਂਜੀ। ਅਸੀਂ ਜੋ ਹੈ ਰਾਈਟ ਸਾਈਡ ਤੋਂ ਇਸ ਦੀ ਪੇਅਰਿੰਗ ਕਰਨੀ ਹੁੰਦੀ ਹੈ। ਇਸ ਦੇ ਵਿੱਚ ਜੋ ਡਿਜਿਟਸ ਨੇ, ਤਾਂ ਲਾਸਟ ਵਾਲੇ ਜੋ 2 ਜ਼ੀਰੋਜ਼ ਨੇ, ਸਭ ਤੋਂ ਪਹਿਲਾਂ ਉਹਨਾਂ ਦੀ ਪੇਅਰਿੰਗ ਹੋਏਗੀ, ਜੋੜਾ ਬਣੇਗਾ, ਠੀਕ ਹੈ। ਇਸ ਤੋਂ ਬਾਅਦ 0,4 ਦਾ ਇੱਕ ਅਲੱਗ ਜੋੜਾ ਬਣੇਗਾ ਤੇ 9 ਤੇ 6 ਦਾ ਇੱਕ ਅਲੱਗ ਜੋ ਹੈ ਜੋੜਾ ਬਣੇਗਾ। ਹਾਂਜੀ। ਹੁਣ ਅਸੀਂ ਜੋ ਹੈ ਦੇਖੋ 24 4s, ਹਾਂਜੀ।
4 4 ज़ा 16 ਹੁੰਦਾ है, 4 2 ज़ा 8 और 8 + 1 9। ਜਦੋਂ ਅਸੀਂ ਵਰਗਮੂਲ ਲੈਣਾ ਹੁੰਦਾ ਹੈ ਨਾ, ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਜਿਹੜਾ ਵੀ ਅੰਕ ਇੱਥੇ ਆ ਰਿਹਾ ਹੈ, ਠੀਕ ਹੈ, ਵਨਸ ਪਲੇਸ ਤੇ ਸੇਮ ਅੰਕ ਹੀ ਅਸੀਂ ਜੋ ਹੈ ਉੱਪਰ ਲਿਖਣਾ ਹੁੰਦਾ ਹੈ। ਅਸੀਂ 24 ਦੇ ਨਾਲ 3 ਨੂੰ ਮਲਟੀਪਲਾਈ ਨਹੀਂ ਕਰ ਸਕਦੇ, ਜਾਂ 24 ਦੇ ਨਾਲ 5 ਨੂੰ ਮਲਟੀਪਲਾਈ ਨਹੀਂ ਕਰ ਸਕਦੇ। 24 ਨੂੰ ਅਸੀਂ 4 ਦੇ ਨਾਲ ਹੀ ਮਲਟੀਪਲਾਈ ਕਰਾਂਗੇ, ਕਿਉਂਕਿ ਵਨਸ ਪਲੇਸ ਤੇ 4 ਆ ਰਿਹਾ ਹੈ। ਹਾਂਜੀ, 24 4 ज़ा ਇਹ ਕੰਪਲੀਟ 96 ਹੁੰਦਾ ਹੈ, ਮਾਈਨਸ ਕਰਕੇ ਰਿਮਾਈਂਡਰ 0। ਹੁਣ ਇਹ ਵਾਲਾ ਜੋ ਅਗਲਾ ਜੋੜਾ ਹੈ 0 ਤੇ 4 ਦਾ, ਇਹ ਸਾਰਾ ਦਾ ਸਾਰਾ ਜੋੜਾ ਐਜ਼ ਇਟ ਇਜ਼ ਆ ਜਾਏਗਾ, ਠੀਕ ਹੈ। ਮਤਲਬ ਜਿਵੇਂ ਸਿੰਪਲ ਡਿਵਾਈਡ ਦੇ ਵਿੱਚ ਅਸੀਂ ਇੱਕ ਡਿਜਿਟ ਨੂੰ ਮਤਲਬ ਨੀਚੇ ਲੈ ਕੇ ਆਉਂਦੇ ਹਾਂ, ਇਹਦੇ ਵਿੱਚ 0 ਔਰ 4 ਦਾ ਜੋ ਪੇਅਰ ਹੈ ਉਹ ਕੰਪਲੀਟ ਪੇਅਰ ਜੋ ਹੈ ਨੀਚੇ ਆਉਂਦਾ ਹੈ, ਠੀਕ ਹੈ। ਹਾਂਜੀ, ਹੁਣ 24, ਇਹ ਵਾਲਾ 24 ਔਰ ਇਹ ਵਾਲਾ 4, ਇਹਨਾਂ ਨੂੰ ਅਸੀਂ ਐਡ ਕਰਕੇ ਲਿਖਾਂਗੇ। 24 ਦੇ ਵਿੱਚ 4 ਐਡ ਕਰਾਂਗੇ ਤਾਂ ਇੱਥੇ ਆਏਗਾ 28। ਦੇਖੋ ਸਾਡੇ ਕੋਲ ਹੈ 0 0 4 ਤੇ ਇਸ ਤਰਫ ਸਾਡੇ ਕੋਲ 28 ਹੈ। ਹੁਣ 4 ਤੋਂ 28 ਤਾਂ ਲਾਰਜ ਹੁੰਦਾ ਹੈ, ਠੀਕ ਹੈ। ਇੱਕ 28 ਜੋ ਹੈ ਲਾਰਜ ਨੰਬਰ ਹੈ, 4 ਜੋ ਹੈ ਸਮਾਲ ਨੰਬਰ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਨਾ ਜਾਣਦੀ 0, ਤਾਂ ਸੇਮ ਅਸੀਂ ਜੋ ਹੈ ਇੱਥੇ 0 ਲਿਖਾਂਗੇ। ਹਾਂਜੀ, 28 ਦੇ ਨਾਲ 0 ਲਿਖਣ ਦਾ ਮੀਨਿੰਗ ਕੀ ਹੈ ਵੀ ਅਸੀਂ ਜੋ ਹੈ 28 ਜ਼ੀਰੋਜ਼ਾ ਲੈ ਰਹੇ ਹਾਂ, ਠੀਕ ਹੈ। ਨੈਕਸਟ ਇਹ ਵਾਲੀ ਜੋ ਜ਼ੀਰੋਜ਼ ਹੈ, ਜ਼ੀਰੋਜ਼ ਦਾ ਪੇਅਰ ਹੈ, ਉਹ ਜੋ ਹੈ ਇੱਥੇ ਆ ਜਾਏਗਾ। ਹਾਂਜੀ, ਹੁਣ ਦੇਖੋ 280 ਦੇ ਵਿੱਚ ਅਸੀਂ 0 ਐਡ ਕਰਾਂਗੇ। ਇਹ ਵਾਲਾ 280 ਹੈ ਨਾ, ਇਹਦੇ ਵਿੱਚ ਇਹ ਵਾਲੀ 0 ਐਡ ਕਰਨੀ ਹੈ ਅਸੀਂ। ਐਡ ਕਰਕੇ ਕੋਈ ਫਰਕ ਨਹੀਂ ਪੈਣਾ ਹੈ, 280 ਨੇ ਐਜ਼ ਇਟ ਇਜ਼ ਰਹਿਣਾ ਹੈ। ਅਗਰ ਮੈਂ ਇੱਥੇ 1 ਵੀ ਲੈਣਾ ਹਾਂ, ਇਹ 2801 ਬਣ ਜਾਏਗਾ, ਠੀਕ ਹੈ। ਜਦ ਕਿ ਇੱਥੇ ਮੇਰੇ ਕੋਲ ਨੰਬਰ ਹੈ 400। ਤਾਂ ਦੇਖੋ ਖੁਦ ਹੀ ਸੋਚੋ ਨਾ ਵੀ ਇਹ ਜੋ ਹੈ 2801 ਤਾਂ ਲਾਰਜ ਨੰਬਰ ਹੈ 400 ਤੋਂ। ਇਟ ਮੀਨਸ ਕਿ ਅੱਗੇ ਅਸੀਂ ਜੋ ਹੈ ਹੋਰ ਡਿਵਾਈਡ ਨਹੀਂ ਕਰ ਸਕਦੇ ਹਾਂ। ਹਾਂਜੀ, ਫਿਰ ਅਸੀਂ ਜੋ ਹੈ 0 ਨਾਲ ਮਲਟੀਪਲਾਈ ਕਰਾਂਗੇ, 0 ਹੀ ਅਸੀਂ ਇੱਥੇ ਲਿਖਾਂਗੇ। ਤਾਂ 280 ਨੂੰ 0 ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਜੋ ਹੈ 0 0 ਬਣ ਜਾਏਗਾ। ਹਾਂਜੀ, 400 ਐਜ਼ ਇਟ ਇਜ਼। ਇਹਨਾਂ ਦਾ ਸਵਾਲ ਇਹ ਸੀ ਵੀ 9,60,400 ਦਾ ਜੋ ਵਰਗਮੂਲ ਹੈ ਉਹਦੇ ਵਿੱਚ ਕਿੰਨੀਆਂ ਸਿਫਰਾਂ ਨੇ। ਤਾਂ ਸਾਡਾ ਜੋ ਜਵਾਬ ਹੋਏਗਾ, ਦੇਖੋ ਸਾਡਾ ਆਨਸਰ ਆਇਆ ਹੈ 400। ਵਰਗਮੂਲ ਹਾਲੇ ਕਿ ਪੂਰਾ ਸੋਲਵ ਨਹੀਂ ਹੋਇਆ ਹੈ, ਪਰ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ 400 ਦੇ ਵਿੱਚ ਸਿਫਰਾਂ ਯਾਨੀ ਕਿ ਜ਼ੀਰੋਜ਼ ਜੋ ਹੈ ਉਹ 2 ਨੇ। ਤਾਂ ਸਾਡਾ ਆਨਸਰ 2 ਹੋਏਗਾ, ਮਤਲਬ 2 ਸਿਫਰਾਂ ਨੇ। ਵਰਗਮੂਲ ਨੂੰ ਕੱਢਣ ਦਾ ਇੱਕ ਮੈਥਡ ਹੋਰ ਵੀ ਹੈ, ਉਹ ਵੀ ਜੋ ਹੈ ਮੈਂ ਤੁਹਾਨੂੰ ਸਿਖਾ ਦਿੰਦਾ ਜੀ ਹੁਣੇ। LCM ਵਾਲਾ ਮੈਥਡ ਤੁਸੀਂ ਸਿੱਖਿਆ ਹੀ ਹੋਣਾ ਵੈਸੇ। ਜੀ, 9,60,400। ਇਸ ਨੂੰ 2 ਨਾਲ ਸਟਾਰਟ ਕਰਾਂਗੇ ਡਿਵਾਈਡ ਕਰਨਾ। ਐਸੇ ਕਾफ़ੀ ਲਾਰਜ ਟਰਮ ਹੈ ਇਹ। 2 4 ज़ा 8 ਹੋ ਗਿਆ, 2 8 ज़ा 16 ਹੋ ਗਿਆ, 0 ਐਜ਼ ਇਟ ਇਜ਼। 2 2 ज़ा 4 ਹੋ ਗਿਆ ਤੇ 0 ਐਜ਼ ਇਟ ਇਜ਼। ਹਾਂਜੀ, 2 2 ज़ा 4 ਹੋ ਗਿਆ, 2 4 ज़ा 8 ਹੋ ਗਿਆ, 0 ਐਜ਼ ਇਟ ਇਜ਼। 2 1 ज़ा 2 ਹੋ ਗਿਆ, 0 और 0 ਐਜ਼ ਇਟ ਇਜ਼। 2 1 ज़ा 2 हो गया, 2 2 ज़ा 4 हो गया, 0। हाँ जी,
ਫਿਰ ਨਾ ਜਾਣ ਦੀ 0 ਆਏਗੀ, ਠੀਕ ਹੈ। ਤੇ 2 5 10 ਤੇ 0। ਇਸ ਤੋਂ ਬਾਅਦ ਫਿਰ ਡਿਵਾਈਡ ਕਰਾਂਗੇ। 2 6 12 ਹੋ ਗਿਆ, 0 0, 2 2 4 ਹੋ ਗਿਆ ਤੇ 2 5 10 ਹੋ ਗਿਆ। ਹੁਣ ਅਸੀਂ ਇਸ ਨੂੰ 2 ਨਾਲ ਡਿਵਾਈਡ ਨਹੀਂ ਕਰ ਸਕਦੇ। ਉਹਦਾ ਰੀਜ਼ਨ ਇਹ ਹੈ ਵੀ ਜੋ ਵਨਸ ਪਲੇਸ ਤੇ ਜੋ ਡਿਜਿਟ ਆ ਰਿਹਾ ਹੈ ਉਹ 5 ਹੈ, ਤੇ 5 ਜੋ ਹੈ ਉਹ ਇੱਕ ਓਡ ਨੰਬਰ ਹੈ। ਹਾਂਜੀ, ਮੈਂ ਇਸ ਨੂੰ ਇਰੇਜ਼ ਕਰਨਾ ਹੈ ਤਾਂ ਹਾਲੇ ਤੱਕ ਨੋਟ ਡਾਊਨ ਕਰ ਲਓ ਇਸ ਨੂੰ। ਸਾਡੇ ਕੋਲ ਨਾ ਜੋ 2 ਹੈ ਉਹ 4 ਟਾਈਮਸ ਆ ਚੁੱਕਿਆ ਹੈ, ਠੀਕ ਹੈ। ਜੋ 2 ਹੈ ਨਾ ਉਹ 4 ਟਾਈਮਸ ਆ ਗਿਆ ਹੈ, ਠੀਕ ਹੈ। ਤੇ 60,025 ਹੈ। ਇਸ ਨੂੰ ਅੱਗੇ ਅਸੀਂ ਜੋ ਹੈ ਐਲਸੀਐਮ ਦੇ ਰਾਹੀਂ ਸੋਲਵ ਕਰਾਂਗੇ। ਇਸ ਨੂੰ ਨੋਟ ਡਾਊਨ ਕਰ ਲਓ, ਮੈਂ ਇਰੇਜ਼ ਕਰਨਾ ਹੈ। ਹਾਂਜੀ, 3 ਦੇ ਟੇਬਲ ਤੇ 3 2 6 ਹੋ ਗਿਆ, 0 0 ਨਹੀਂ ਜਾ ਰਿਹਾ ਹੈ, ਤਾਂ ਇਹ ਜੋ ਹੈ 5 ਦੇ ਟੇਬਲ ਤੇ ਹੀ ਜਾਏਗਾ। ਹਾਂਜੀ, 5 1 5, 5 2 10, 0 ਐਜ਼ ਇਟ ਇਜ਼। ਤੇ ਇੱਕ ਜੋ ਹੈ 0 ਫਿਰ ਆਏਗੀ, ਕਿਉਂਕਿ 5 ਨੂੰ 0 ਨਾਲ ਮਲਟੀਪਲਾਈ ਕਰਾਂਗੇ, ਨਾ ਜਾਣ ਦੀ 0 ਜਿਸ ਨੂੰ ਆਪਾਂ ਆਖਦੇ ਹਾਂ। ਤੇ 5 5 25। ਹਾਂਜੀ, ਇਹ ਆਏਗਾ। ਫਿਰ ਜੋ ਹੈ 5 ਨਾਲ ਡਿਵਾਈਡ ਹੋਏਗਾ। 5 2 10 ਹੋ ਗਿਆ, ਤੇ 5 4 20, 0 ਐਜ਼ ਇਟ ਇਜ਼। 5 1 5। ਇਸ ਤੋਂ ਬਾਅਦ ਦੇਖੋ ਹੁਣ 5 ਤੇ ਤਾਂ ਇਹ ਡਿਵਾਈਡ ਨਹੀਂ ਹੋਏਗਾ। ਹਾਂਜੀ, 2401। 3 ਦੇ ਟੇਬਲ ਤੇ ਵੀ ਨਹੀਂ ਜਾ ਰਿਹਾ ਹੈ। 7 ਦੇ ਟੇਬਲ ਤੇ 7 3 21 ਤੇ 3 ਔਰ 0। ਹਾਂ, 7 ਦੇ ਟੇਬਲ ਤੇ ਜਾ ਰਿਹਾ ਹੈ ਇਹ। 7 3 21 ਹੋ ਗਿਆ, ਤੇ 7 4 28 ਹੋ ਗਿਆ, ਤੇ 7 3 21 ਹੋ ਗਿਆ, ਠੀਕ ਹੈ। ਹਾਂਜੀ, ਫਿਰ 7 ਤੇ ਹੀ ਇਹ ਜੋ ਹੈ ਡਿਵਾਈਡ ਹੋਏਗਾ। 7 4 28 ਹੋ ਗਿਆ, 7 9 63 ਹੋ ਗਿਆ, 7 7 49, 7 1 7। ਹਾਂਜੀ, ਜੋ ਇਹ ਫੈक्टर्स आए हैं, फैक्टर्स तो मतलब कि है प्राइम फैक्टर्स भी। 5 जो है 2 टाइम्स आया है, 7 जो है वो 4 टाइम्स आया है। इन्हों नोट डाउन कर लो। हाँ जी, ਦੇਖੋ ਸਾਡੇ ਕੋਲ ਸਟਾਰਟਿੰਗ ਦੇ ਵਿੱਚ ਜੋ 2 ਸੀ ਉਹ 4 ਟਾਈਮਸ ਆਇਆ ਹੈ, ਤੇ 5 ਜੋ ਹੈ ਉਹ 2 ਟਾਈਮਸ ਆਇਆ ਹੈ, ਤੇ 7 ਜੋ ਹੈ ਉਹ 4 ਟਾਈਮਸ ਆਇਆ ਹੈ। ਹੁਣ ਇਹਨਾਂ ਦਾ ਅਸੀਂ ਯੂਜ਼ ਕਰਨਾ ਹੈ ਵਰਗਮੂਲ ਦੇ ਵਿੱਚ। ਨੋਟ ਡਾਊਨ ਕਰ ਲਓ, ਮੈਂ ਇਰੇਜ਼ ਕਰਨਾ ਹੈ। ਹਾਂਜੀ, 2 ਜੋ ਹੈ ਸਾਡੇ ਕੋਲ 4 ਟਾਈਮਸ ਆਇਆ ਸੀ, ਤੇ 5 ਜੋ ਹੈ ਉਹ 2 ਟਾਈਮਸ ਆਇਆ ਹੈ, ਤੇ 7 ਜੋ ਹੈ ਉਹ ਵੀ ਜੋ ਹੈ 4 ਟਾਈਮਸ ਆਇਆ ਸੀ। ਹਾਂਜੀ, ਹੁਣ ਅਸੀਂ ਵਰਗਮੂਲ ਲੈਣਾ ਹੈ। ਵਰਗਮੂਲ ਤੋਂ ਭਾਵ ਕੀ ਹੁੰਦਾ ਹੈ? ਸਕੁਏਅਰ ਰੂਟ। ਤਾਂ ਸਕੁਏਅਰ ਰੂਟ ਵਾਸਤੇ ਦੋਵੇਂ ਸਾਈਡ ਤੇ ਅਸੀਂ ਸਕੁਏਅਰ ਰੂਟ ਦਾ ਜੋ ਸਾਈਨ ਹੈ ਉਹ ਜੋ ਹੈ ਬਣਾ ਦਾਂਗੇ। ਹਾਂਜੀ, ਹੁਣ ਇਹ ਜੋ ਹੈ ਨਾ ਲੈਫਟ ਸਾਈਡ ਤੇ, ਇਸ ਨੂੰ ਤਾਂ ਐਜ਼ ਇਟ ਇਜ਼ ਰੱਖੋ, ਠੀਕ ਹੈ। ਤੇ ਰਾਈਟ ਸਾਈਡ ਨੂੰ ਅਸੀਂ ਸੋਲਵ ਕਰ ਲੈਂਦੇ ਹਾਂ। ਦੇਖੋ ਜੋ 2 ਹੈ ਨਾ ਉਹ 4 ਟਾਈਮਸ ਆ ਰਿਹਾ ਹੈ, ਤਾਂ ਮੈਂ 2 ਦੀ ਪਾਵਰ ਜੋ ਹੈ 4 ਲਿਖ ਰਿਹਾ ਹਾਂ। 5 ਜੋ ਹੈ ਉਹ 2 ਟਾਈਮਸ ਆ ਰਿਹਾ ਹੈ, ਤਾਂ ਉਸ ਦੀ ਪਾਵਰ 2 ਲਿਖ ਰਿਹਾ ਹਾਂ। 7 ਜੋ ਹੈ ਉਹ 4 ਟਾਈਮਸ ਆ ਰਿਹਾ ਹੈ, ਤਾਂ 7 ਦੀ ਪਾਵਰ 4 ਲਿਖ ਰਿਹਾ ਹਾਂ। ਹਾਂਜੀ, ਹੁਣ ਜਿਹੜਾ ਇਹ ਵਾਲਾ ਸਿੰਬਲ ਹੁੰਦਾ ਹੈ ਨਾ ਸਕੁਏਅਰ ਰੂਟ ਵਾਲਾ, ਇਸ ਨੂੰ ਅਸੀਂ ਪਾਵਰ ਦੇ ਵਿੱਚ 1/2 ਕਾਊਂਟ ਕਰਦੇ ਹਾਂ। ਦੁਬਾਰਾ ਸੁਣ ਲਓ, ਜੋ ਇਹ ਸਕੁਏਅਰ ਰੂਟ ਦਾ ਸਿੰਬਲ ਹੁੰਦਾ ਹੈ ਨਾ, ਇਸ ਨੂੰ ਅਸੀਂ ਪਾਵਰ ਦੇ ਵਿੱਚ 1/2 ਕਾਊਂਟ ਕਰਦੇ ਹਾਂ। ਹੁਣ ਅਗਰ ਇਹ ਸਿੰਬਲ ਇਹਨਾਂ ਦੇ ਉੱਪਰੋਂ ਮਤਲਬ ਅਸੀਂ ਹਟਾਵਾਂਗੇ, ਤਾਂ 4 ਦੇ ਨਾਲ 1/2 ਮਲਟੀਪਲਾਈ ਹੋਏਗਾ। ਇਵੇਂ ਹੀ 5 ਦੇ ਨਾਲ ਵੀ, ਜੋ 5 ਦੀ ਪਾਵਰ ਹੈ, ਠੀਕ ਹੈ, ਉਸ ਦੇ ਨਾਲ 1/2 ਮਲਟੀਪਲਾਈ ਹੋਏਗਾ।
1/2 ਕਿਉਂ ਮਲਟੀਪਲਾਈ ਹੋ ਰਿਹਾ ਹੈ? ਕਿਉਂਕਿ ਅਸੀਂ ਇਹ ਵਾਲਾ ਜੋ ਸਕੁਏਅਰ ਰੂਟ ਦਾ ਸਿੰਬਲ ਹੈ ਇਹ ਹਟਾ ਰਹੇ ਹਾਂ। ਸਕੁਏਅਰ ਰੂਟ ਦਾ ਜੋ ਸਿੰਬਲ ਹੁੰਦਾ ਹੈ ਉਸ ਦਾ ਮੀਨਿੰਗ ਜਾਂ ਉਸ ਦੀ ਵੈਲਿਊ ਜੋ ਹੈ ਪਾਵਰ ਦੇ ਵਿੱਚ 1/2 ਦੇ ਇਕੁਅਲ ਹੁੰਦੀ ਹੈ। ਹਾਂਜੀ, ਨੈਕਸਟ 7 ਦੀ ਪਾਵਰ ਦੇ ਨਾਲ 1/4 ਦੇ ਨਾਲ ਜੋ ਹੈ 1/2 ਮਲਟੀਪਲਾਈ ਹੋਏਗਾ। ਹਾਂਜੀ, ਹੁਣ ਦੇਖ ਲਓ ਜੋ ਕੱਟਦਾ ਹੈ ਉਸ ਨੂੰ ਕੱਟ ਦਿਓ। 2 2 ज़ा 4 ਹੋ ਗਿਆ। ਦੇਖੋ 2 1 ज़ा 2 ਹੋ ਗਿਆ ਤੇ 2 2 ज़ा 4 ਹੋ ਗਿਆ। ਹੁਣ ਇਸ ਨੂੰ ਨੋਟ ਡਾਊਨ ਕਰ ਲੈਣਾ ਸਾਡੇ ਕੋਲ ਆਇਆ ਕੀ ਹੈ। ਸਾਡੇ ਕੋਲ ਆਇਆ ਹੈ 2 ਦੀ ਪਾਵਰ 2, 5 ਦੀ ਪਾਵਰ 1, ਉਸ ਨੂੰ ਲਿਖੋ ਚਾਹੇ ਨਾ ਲਿਖੋ 1 ਨੂੰ, ਪਾਵਰ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਤੇ 7 ਦੀ ਪਾਵਰ ਹੈ ਜੀ 2। ਸਾਡੇ ਕੋਲ ਨਾ ਇਹ ਆਇਆ ਹੈ, ਠੀਕ ਹੈ, 2 ਰੇਜ਼ ਟੂ ਪਾਵਰ 2, 5 ਰੇਜ਼ ਟੂ ਪਾਵਰ 1 ਤੇ 7 ਰੇਜ਼ ਟੂ ਪਾਵਰ 2। ਪਾਵਰ ਨੂੰ ਪੰਜਾਬੀ ਦੇ ਵਿੱਚ ਘਾਤ ਕਿਹਾ ਜਾਂਦਾ ਹੈ। 2 ਦੀ ਘਾਤ 2, 5 ਦੀ ਘਾਤ 1 ਤੇ 7 ਦੀ ਘਾਤ 2, ਇਹ ਸਾਡੇ ਕੋਲ ਆਇਆ ਹੈ। ਇਸ ਨੂੰ ਨੋਟ ਡਾਊਨ ਕਰ ਲਓ, ਮੈਂ ਅੱਗੇ ਇਰੇਜ਼ ਕਰਨਾ ਹੈ ਜੀ। ਹਾਂਜੀ, ਲੈਫਟ ਸਾਈਡ 'ਤੇ ਸਾਡੇ ਕੋਲ ਇਹ ਹੈ, ਕਿਉਂਕਿ ਇਸੀ ਦੇ ਸਕੁਏਅਰ ਰੂਟ ਵਰਗਮੂਲ ਦੇ ਵਿੱਚ ਅਸੀਂ ਸਿਫਰ ਯਾਨੀ ਕਿ ਜ਼ੀਰੋਸ ਕਾਊਂਟ ਕਰਨੇ ਨੇ। ਸਾਡੇ ਕੋਲ ਆਇਆ ਹੈ 2 ਰੇਜ਼ ਟੂ ਪਾਵਰ 2, 5 ਰੇਜ਼ ਟੂ ਪਾਵਰ 1, 7 ਰੇਜ਼ ਟੂ ਪਾਵਰ 2। ਹਾਂਜੀ, ਹੁਣ ਇਹਨਾਂ ਨੂੰ ਖੋਲ ਕੇ ਲਿਖ ਲਓ। 2 2's ਮਤਲਬ ਜੋ ਪਾਵਰ ਹੈ, ਜਿਵੇਂ 2 ਦੀ ਪਾਵਰ 2 ਹੈ ਤਾਂ 2 ਨੂੰ ਜੋ ਹੈ 2 ਟਾਈਮਸ ਲਿਖ ਲਓ। 5 1 ਟਾਈਮ, 7 ਜੋ ਹੈ ਉਹ 2 ਟਾਈਮਸ। ਜਿੰਨੀ ਪਾਵਰ ਹੁੰਦੀ ਹੈ ਉਨੀ ਵਾਰੀ ਜੋ ਹੈ ਅਸੀਂ ਮਲਟੀਪਲਾਈ ਕਰਕੇ ਲਿਖ ਸਕਦੇ ਹਾਂ। ਹਾਂਜੀ, 2 2 ज़ा 4 ਹੋ ਗਿਆ। ਹੁਣ ਇਸ ਨੂੰ ਸੋਲਵ ਕਰ ਲੈਂਦੇ ਹਾਂ, ਮਤਲਬ ਮਲਟੀਪਲਾਈ ਕਰ ਲੈਂਦੇ ਹਾਂ। 2 2 ज़ा 4 ਹੋ ਗਿਆ, 4 5 ज़ा 20 ਹੋ ਗਿਆ, 27 ज़ा ਇਹ ਹੋ ਗਿਆ 27 ज़ा 140। 140 ਨੂੰ ਅਸੀਂ 7 ਦੇ ਨਾਲ ਮਲਟੀਪਲਾਈ ਕਰਨਾ ਹੈ। 7 4 ज़ा ਇਹ ਹੋ ਗਿਆ 28, 2 ਜੋ ਹੈ ਉੱਪਰ ਗਿਆ ਤੇ 7 1 ज़ा 7, 7 + 2 9 ਹੋ ਗਿਆ। 980 ਆਇਆ ਹੈ। ਜਦ ਕਿ ਜਦੋਂ ਅਸੀਂ ਡਿਵਾਈਡ ਕੀਤਾ ਸੀ ਤਾਂ ਉਸ ਟਾਈਮ ਆਂਸਰ ਜੋ ਹੈ ਕੁਝ ਹੋਰ ਆਇਆ ਸੀ ਹੈ। 2 2 ज़ा 4 ਹੋ ਗਿਆ, 4 5 ज़ा 20 ਹੋ ਗਿਆ, 27 ज़ा 140 ਹੋ ਗਿਆ। 140 ਨੂੰ 7 ਨਾਲ ਮਲਟੀਪਲਾਈ ਕੀਤਾ ਤਾਂ 980। 7 4 ज़ा 28, 2 ਜੋ ਹੈ ਕੈਰੀ ਹੋਇਆ ਤਾਂ 7 + 2 9, 980। ਹਾਂਜੀ, 9,60,400 ਦਾ ਵਰਗਮੂਲ ਲੈ ਕੇ, ਸਕੁਏਅਰ ਰੂਟ ਲੈ ਕੇ ਸਾਡੇ ਕੋਲ ਆਂਸਰ ਆਇਆ ਹੈ ਜੀ 980, 980। ਇਹਦੇ ਵਿੱਚ ਸਿਰਫ ਵਨਸ ਪਲੇਸ 'ਤੇ ਇੱਕੋ ਹੀ ਜ਼ੀਰੋ ਹੈ, ਮਤਲਬ ਇੱਕੋ ਹੀ ਪਲੇਸ 'ਤੇ ਜੋ ਹੈ ਸਿਫਰ ਹੈ। ਸਾਨੂੰ ਸਿਫਰਾਂ ਦੱਸਣੀਆਂ ਸੀ ਵੀ 9,60,400 ਦੇ ਵਰਗਮੂਲ ਦੇ ਵਿੱਚ ਕਿੰਨੀਆਂ ਸਿਫਰਾਂ ਨੇ, ਕਿੰਨੀ ਜ਼ੀਰੋਜ਼ ਨੇ, ਤਾਂ ਸਿਰਫ ਇੱਕੋ ਹੀ ਸਿਫਰ ਹੈ, ਓਨਲੀ 1 0। ਹਾਂਜੀ, ਇਸ ਨੂੰ ਨੋਟ ਡਾਊਨ ਕਰ ਲਓ, ਮੈਂ ਇਰੇਜ਼ ਕਰਨਾ ਹੈ ਜੀ। 980 ਇਹਦਾ ਜੋ ਹੈ ਵਰਗਮੂਲ ਆਇਆ ਹੈ, ਜਿਸ ਦੇ ਵਿੱਚ ਇੱਕੋ ਹੀ ਸਿਫਰ ਹੈ, ਓਨਲੀ 1 0 ਹੈ। ਇੱਕ ਵਾਰੀ ਜੋ ਡਿਵੀਜ਼ਨ ਵਾਲਾ ਮੈਥਡ ਹੈ ਸਕੁਏਅਰ ਰੂਟ ਦਾ, ਉਸ ਨੂੰ ਵੀ ਦੇਖ ਲੈਂਦੇ ਹਾਂ, ਕਿਉਂਕਿ ਪਹਿਲਾਂ ਜੋ ਅਸੀਂ ਕੀਤਾ ਹੈ ਉਹ ਮਤਲਬ ਕਰੈਕਟ ਨਹੀਂ ਹੈ, ਠੀਕ ਹੈ, ਉਸ ਦੇ ਵਿੱਚ ਕੁਝ ਮਿਸਟੇਕ ਹੋਈ ਹੈ ਜੋ ਡਿਵੀਜ਼ਨ ਵਾਲਾ ਪਹਿਲਾਂ ਕੀਤਾ ਸੀ। ਠੀਕ ਹੈ, ਐਲਸੀਐਮ ਵਾਲਾ ਮੈਥਡ ਤਾਂ ਬਿਲਕੁਲ ਸਹੀ ਹੈ, ਉਸ ਨਾਲ ਤਾਂ ਸਾਡਾ ਆਂਸਰ 980 ਆਇਆ ਹੈ ਔਰ ਉਸ ਦੇ ਵਿੱਚ ਓਨਲੀ 1 0 ਹੈ, ਇੱਕੋ ਹੀ ਸਿਫਰ ਹੈ। ਠੀਕ ਹੈ, ਹਾਂਜੀ, ਪੇਅਰਿੰਗ ਕਰ ਲੈਂਦੇ ਹਾਂ। ਅਤੇ ਇਸ ਤੋਂ ਬਾਅਦ ਦੇਖੋ ਓਕੇ, ਮਿਸਟੇਕ ਕਿੱਥੇ ਹੋਈ ਹੈ ਦੇਖੋ, ਜਿਵੇਂ ਅਸੀਂ ਇੱਥੇ ਨਾ 9 ਲੈਂਦੇ
ਤਾਂ 9 9 ਹੋਣਾ ਸੀ 81। ਜੋ ਪਹਿਲਾ ਮਤਲਬ ਡਿਵੀਜ਼ਨ ਮੈਂ ਕਰਵਾਈ ਹੈ ਉਸ 'ਚ ਥੋੜ੍ਹੀ ਜਿਹੀ ਹਲਕੀ ਜਿਹੀ ਮਿਸਟੇਕ ਹੋਈ ਹੈ। ਅਸੀਂ 24 4 96 ਲੈ ਲਿਆ, ਤਾਂ ਉਹ ਜੋ ਹੈ ਸਹੀ ਨਹੀਂ ਸੀ। ਠੀਕ ਹੈ, 9 9 81 ਲਵਾਂਗੇ। 81 ਲੈਣ ਦਾ ਕਾਰਨ ਕੀ ਹੈ, ਕਿਉਂਕਿ ਅਗਰ ਅਸੀਂ 10 10 ਕਰਾਂਗੇ ਤਾਂ ਉਹ 100 ਹੋ ਜਾਏਗਾ। 96 ਤੋਂ ਫਿਰ ਉਹ ਲਾਰਜ ਹੈ। ਠੀਕ ਹੈ, ਤਾਂ ਇਸ ਕਰਕੇ ਅਸੀਂ 9 9 81 ਲਿਆ ਹੈ। ਹਾਂਜੀ, ਮਾਈਨਸ ਕਰਾਂਗੇ। 6 -1 5, 9 -8 1। ਹਾਂਜੀ, ਇਸ ਤੋਂ ਬਾਅਦ 0 ਔਰ 4 ਜੋ ਹੈ ਇਹ ਵਾਲਾ ਪੇਅਰ ਜੋ ਹੈ ਅਗਲਾ ਇਹ ਥੱਲੇ ਆ ਜਾਏਗਾ। ਹੁਣ ਇਹਨਾਂ ਦੋਵੇਂ 9 ਮਤਲਬ ਇਹ ਜਿਹੜੇ ਦੋਵੇਂ 9 ਨੇ ਇਹਨਾਂ ਨੂੰ ਅਸੀਂ ਐਡ ਕਰਾਂਗੇ। 9 + 9 ਇਹ ਹੋ ਜਾਏਗਾ 18। ਤੇ ਹੁਣ ਜੋ ਵੀ ਅਸੀਂ ਵਨਸ ਪਲੇਸ ਤੇ ਲੈਣਾ ਹੈ, ਜਿਵੇਂ 8 ਲੈਣਾ ਹਾਂ, ਦੇਖੋ 8 8 ਹੋ ਗਿਆ 64, 6 ਕੈਰੀ ਹੋ ਗਿਆ। 8 8 64, 64 + 6 ਇਹ ਹੋ ਗਿਆ 70, 7 ਕੈਰੀ ਹੋ ਗਿਆ। 8 8 1 8, 8 + 7 15। ਤਾਂ 188 ਦੇ ਉੱਪਰ ਜੋ ਹੈ, ਦੇਖੋ ਮੈਂ ਇੱਕ ਗੱਲ ਪਹਿਲਾਂ ਦੱਸਦਾ, ਜੋ ਇਹ ਵਰਗਮੂਲ ਹੁੰਦਾ ਹੈ, ਸਕੁਏਅਰ ਰੂਟ ਹੁੰਦਾ ਹੈ, ਇਸ ਦੇ ਵਿੱਚ ਨਾ ਜੋ ਵੀ ਨੰਬਰ ਅਸੀਂ ਵਨਸ ਪਲੇਸ 'ਤੇ ਲੈ ਰਹੇ ਹਾਂ, ਜਿਵੇਂ ਇੱਥੇ 8 ਲੈ ਰਹੇ ਹਾਂ, ਤਾਂ ਸਾਨੂੰ ਸੇਮ ਨੰਬਰ ਜੋ ਹੈ ਉੱਪਰ ਕੋਸ਼ੈਂਟ ਦੇ ਵਿੱਚ ਵੀ ਉਹੀ ਨੰਬਰ ਰੱਖਣਾ ਹੁੰਦਾ ਹੈ। 188 ਨੂੰ 9 ਦੇ ਨਾਲ, 7 ਦੇ ਨਾਲ, 6 ਦੇ ਨਾਲ ਮਲਟੀਪਲਾਈ ਨਹੀਂ ਕਰ ਸਕਦੇ। ਸਕੁਏਅਰ ਰੂਟ ਨੂੰ, ਵਰਗਮੂਲ ਨੂੰ ਕੱਢਣ ਦਾ ਆਪਣਾ ਇੱਕ ਜੋ ਹੈ ਮੈਥਡ ਹੈ, ਉਸ ਦੇ ਵਿੱਚ ਵਨਸ ਪਲੇਸ ਦੇ ਉੱਪਰ ਜੋ ਵੀ ਨੰਬਰ ਹੈ, ਜਿਵੇਂ ਇੱਥੇ 188 ਦੇ ਵਿੱਚ 8 ਆ ਰਿਹਾ ਹੈ ਵਨਸ ਪਲੇਸ 'ਤੇ, ਤਾਂ ਅਸੀਂ 8 ਦੇ ਨਾਲ ਹੀ ਮਲਟੀਪਲਾਈ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਪਹਿਲਾਂ ਹੀ ਜੋ ਤੁਹਾਡੇ ਸਕੂਲ ਦੇ ਟੀਚਰਸ ਹੈ ਉਹਨਾਂ ਨੇ ਸਮਝਾ ਰੱਖਿਆ ਹੋਣਾ ਹੈ। ਠੀਕ ਹੈ, ਹਾਂਜੀ 188। ਠੀਕ ਹੈ, ਇੱਥੇ 8 ਲੈ ਰਹੇ ਹਾਂ ਤਾਂ ਉੱਪਰ ਕੁਐਸਚਨ ਦੇ ਵਿੱਚ ਵੀ ਅਸੀਂ 8 ਹੀ ਲੈਣਾ ਹੈ। 188 ਨੂੰ 8 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਨੂੰ ਜੋ ਹੈ 1504 ਜੋ ਹੈ ਮਿਲੇਗਾ। ਠੀਕ ਹੈ, ਮਾਈਨਸ ਕਰਕੇ ਰਿਮਾਈਂਡਰ 0। ਹੁਣ ਅੱਗੇ ਜੋ ਹੈ ਇਹ ਵਾਲਾ ਜੋ 0 ਵਾਲਾ ਪੇਅਰ ਹੈ ਇਹ ਥੱਲੇ ਆ ਜਾਏਗਾ। ਹਾਂਜੀ, ਹੁਣ 188 ਦੇ ਵਿੱਚ 188 ਦੇ ਵਿੱਚ ਜਿਹੜਾ ਇਹ ਵਾਲਾ 8 ਹੈ ਨਾ, ਜਿਹੜਾ ਹੁਣੇ ਅਸੀਂ ਉੱਪਰ ਕੁਐਸਚਨ ਦੇ ਵਿੱਚ ਲਿਖਿਆ ਹੈ, 188 ਦੇ ਵਿੱਚ ਉਸ ਵਾਲੇ 8 ਨੂੰ ਅਸੀਂ ਐਡ ਕਰਾਂਗੇ। 188 + 8 ਦੈਟ ਇਜ਼ ਇਕੁਅਲ ਟੂ 196। that is equal to 196। ਹਾਂਜੀ, ਹੁਣ ਅੱਗੇ ਦੇਖੋ ਡਿਵਾਈਡ ਹੋ ਨਹੀਂ ਸਕਦਾ ਕਿਉਂਕਿ ਰਿਮਾਈਂਡਰ ਤਾਂ 0 ਹੈ, ਤਾਂ 196 ਜ਼ੀਰੋਜ਼ਾ ਲਵਾਂਗੇ, ਯਾਨੀ ਕਿ 1960 ਨੂੰ ਅਸੀਂ 0 ਦੇ ਨਾਲ ਮਲਟੀਪਲਾਈ ਕਰਾਂਗੇ। ਕਿਸੇ ਵੀ ਨੰਬਰ ਨੂੰ 0 ਨਾਲ ਮਲਟੀਪਲਾਈ ਕਰੀਏ ਤਾਂ ਉਹ 0 ਹੀ ਹੋ ਜਾਂਦਾ ਹੈ, ਤਾਂ ਇੱਥੇ 0 ਲਿਖਾਂਗੇ ਜੀ। ਹਾਂਜੀ, ਮਾਈਨਸ ਕਰਕੇ ਰਿਮਾਈਂਡਰ ਜੋ ਹੈ 0। ਤਾਂ ਦੇਖ ਸਕਦੇ ਹੋ 980 ਹੀ ਜੋ ਹੈ ਸਾਡਾ ਫਾਈਨਲ ਆਨਸਰ ਆਇਆ ਹੈ। ਮੈਂ ਤੁਹਾਨੂੰ ਦੋਵੇਂ ਮੈਥਡਸ ਦੇ ਨਾਲ ਸੋਲਵ ਕਰਕੇ ਦਿਖਾ ਦਿੱਤਾ ਹੈ। ਜੋ ਪਹਿਲਾ ਸੀ, ਠੀਕ ਹੈ, ਜੋ ਪਹਿਲਾ ਮੈਂ ਡਿਵੀਜ਼ਨ ਮੈਥਡ ਯੂਜ਼ ਕੀਤਾ ਸੀ ਜਿਸ ਦੇ ਵਿੱਚ ਆਨਸਰ 400 ਕੁਛ ਆਇਆ ਸੀ, ਉਹ ਰੋਂਗ ਹੈ। ਅਤੇ ਐਲਸੀਐਮ ਵਾਲਾ ਮੈਥਡ, ਜਿਸ ਨੂੰ ਕਿ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਵੀ ਕਹਿੰਦੇ ਹਾਂ, ਸੈਕਿੰਡ ਇਹ ਡਿਵੀਜ਼ਨ ਮੈਥਡ ਹੁੰਦਾ ਹੈ। ਠੀਕ ਹੈ, ਸਕੁਏਅਰ ਰੂਟ ਨੂੰ ਫਾਈਂਡ ਆਊਟ ਕਰਨ ਦਾ। ਦੋਵਾਂ ਦੇ ਨਾਲ ਜੋ ਆਨਸਰ ਆਇਆ ਹੈ ਉਹ ਹੈ 980। ਅਤੇ 980 ਦੇ ਵਿੱਚ ਦੇਖ ਲਓ ਉਹਨਾਂ ਦਾ ਸਵਾਲ ਇਹ ਸੀ ਵੀ ਅਗਰ ਅਸੀਂ 9,60,400 ਦਾ ਵਰਗਮੂਲ ਲੈਂਦੇ ਹਾਂ, ਸਕੁਏਅਰ ਰੂਟ ਲੈਂਦੇ ਹਾਂ, ਤਾਂ ਇਸ ਦੇ ਵਿੱਚ ਕਿੰਨੀਆਂ ਸਿਫਰਾਂ ਆਉਣਗੀਆਂ, ਕਿੰਨੀਆਂ ਜ਼ੀਰੋਜ਼ ਆਉਣਗੀਆਂ। ਤਾਂ ਵੇਖ ਸਕਦੇ ਹਾਂ ਇੱਕੋ ਹੀ ਸਿਫਰ ਹੈ, ਇੱਕੋ ਹੀ ਜ਼ੀਰੋ ਹੈ। ਹਾਂਜੀ, ਇੱਥੇ ਅਸੀਂ ਆਨਸਰ 1 ਲਿਖਾਂਗੇ। ਠੀਕ ਹੈ, ਸਿਫਰਾਂ ਦੀ ਗਿਣਤੀ ਮਤਲਬ ਕਿ ਜ਼ੀਰੋਜ਼ ਦੀ ਜੋ ਕਾਊਂਟਿੰਗ ਹੈ ਉਹ 1 ਹੈ, ਇੱਕੋ ਹੀ ਜ਼ੀਰੋ ਆ ਰਹੀ ਹੈ। ਨੈਕਸਟ ਹੈ ਜੀ 1 ਸੈਂਟੀਮੀਟਰ ਭੁਜਾ ਵਾਲੇ ਡੈਸ਼ ਕਣਾਂ ਨੂੰ ਮਿਲਾ ਕੇ 2 ਸੈਂਟੀਮੀਟਰ ਭੁਜਾ ਵਾਲਾ ਇੱਕ ਘਣ ਬਣ ਸਕਦਾ ਹੈ। ਭੁਜਾ ਤੋਂ ਭਾਵ ਜੋ ਹੈ ਇੰਗਲਿਸ਼ ਦੇ ਵਿੱਚ ਅਸੀਂ ਭੁਜਾ ਨੂੰ ਸਾਈਡ ਕਹਿੰਦੇ ਹਾਂ, ਘਣ ਅਸੀਂ ਜੋ ਹੈ ਕਿਊਬ ਨੂੰ ਕਹਿੰਦੇ ਹਾਂ। ਤਾਂ ਇਹਨਾਂ ਦਾ ਸਵਾਲ ਇਹ ਹੈ ਵੀ ਜੋ 1 ਸੈਂਟੀਮੀਟਰ ਸਾਈਡ ਵਾਲੇ ਜੋ ਮਤਲਬ ਕਿਊਬ ਨੇ, ਠੀਕ ਹੈ, ਉਹਨਾਂ ਨੂੰ
ज्वाइन करके 2 सेंटीमीटर साइड वाले जो है 2 सेंटीमीटर साइड वाला ਇੱਕੋ ਕਣ ਇੱਕ ਕਿਊਬ ਬਣਾ ਸਕਦੇ ਹਾਂ। ਓਕੇ ਓਕੇ, ਸਾਨੂੰ ਜੋ ਹੈ 2 ਸੈਂਟੀਮੀਟਰ ਸਾਈਡ ਵਾਲਾ ਇੱਕ ਕਿਊਬ ਬਣਾਉਣਾ ਹੈ ਤੇ 2 ਸੈਂਟੀਮੀਟਰ ਸਾਈਡ ਵਾਲੇ ਕਿਊਬ ਵਾਸਤੇ ਕਿੰਨੇ ਜੋ ਹੈ 1 ਸੈਂਟੀਮੀਟਰ ਸਾਈਡ ਵਾਲੇ ਕਿਊਬਸ ਨੂੰ ਜੁਆਇਨ ਕਰਨਾ ਪਏਗਾ, ਇਹ ਉਹਨਾਂ ਦਾ ਕੁਐਸਚਨ ਹੈ। ਠੀਕ ਹੈ, ਇੱਕ ਵਾਰੀ ਫਿਰ ਸੁਣ ਲਓ ਵੀ 2 ਸੈਂਟੀਮੀਟਰ ਸਾइड वाला एक क्यूब जो है बनाना है। 2 ਸੈਂਟੀਮੀਟਰ ਸਾਈਡ ਵਾਲਾ ਇੱਕ ਕਿਊਬ ਅਸੀਂ ਬਣਾਉਣਾ ਹੈ। ਉਸ ਕਿਊਬ ਨੂੰ ਬਣਾਉਣ ਵਾਸਤੇ 1 ਸੈਂਟੀਮੀਟਰ ਸਾਈਡ ਵਾਲੇ ਕਿੰਨੇ ਕਿਊਬਸ ਜੁਆਇਨ ਕਰਨੇ ਪੈਣਗੇ, ਇਹ ਜੋ ਹੈ ਕੁਐਸਚਨ ਹੈ। ਠੀਕ ਹੈ, ਤਾਂ ਸਾਨੂੰ ਨੰਬਰ ਆਫ ਕਿਊਬਸ फाइंड आउट करने हैं 1 ਸੈਂਟੀਮੀਟਰ साइड वाले जो कि मतलब मिल के बनाएंगे 2 ਸੈਂਟੀਮੀਟਰ साइड वाला एक क्यूब 1 क्यूब। ਇਸ ਦੇ ਵਿੱਚ ਕਰਨਾ ਕੀ ਹੈ, ਜਿਵੇਂ ਸਾਈਡਸ ਸਾਨੂੰ ਦੇ ਰੱਖੀਆਂ ਨੇ, ਇੱਕ ਦੀ ਸਾਈਡ ਸਾਨੂੰ 1 ਸੈਂਟੀਮੀਟਰ ਦੇ ਰੱਖੀ ਹੈ, ਇੱਕ ਦੀ ਸਾਈਡ ਸਾਨੂੰ ਜੋ ਹੈ 2 ਸੈਂਟੀਮੀਟਰ ਦੇ ਰੱਖੀ ਹੈ। ਦੋਵਾਂ ਦੀ ਵੋਲਿਊਮ ਕੈਲਕੂਲੇਟ ਕਰ ਲਓ। ਵੋਲਿਊਮ ਕਿਵੇਂ ਅਸੀਂ ਜੋ ਹੈ ਕੈਲਕੂਲੇਟ ਕਰਦੇ ਹਾਂ, ਕਿਊਬ ਦੀ ਸਾਈਡ ਦਾ ਕਿਊਬ ਕਰਕੇ। ਠੀਕ ਹੈ, ਸਾਈਡ ਦੀ ਪਾਵਰ 3 ਕਰਕੇ। ਤਾਂ ਜੋ 2 ਸੈਂਟੀਮੀਟਰ ਵਾਲੇ ਕਿਊਬ ਦੀ ਵੋਲਿਊਮ ਹੈ ਉਸਨੂੰ ਡਿਵਾਈਡ ਕਰਾਂਗੇ 1 ਸੈਂਟੀਮੀਟਰ ਵਾਲੇ ਕਿਊਬ ਦੀ ਵੋਲਿਊਮ ਦੇ ਨਾਲ। ਇਸ ਨਾਲ ਜੋ ਹੈ ਆਨਸਰ ਆ ਜਾਏਗਾ। ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਦਾ ਜੀ। ਹਾਂਜੀ, ਸਾਡੇ ਕੋਲ ਇੱਕ ਤਾਂ ਹੈ ਸਾਈਡ 1 ਸੈਂਟੀਮੀਟਰ, ਇੱਕ ਹੈ ਸਾਡੇ ਕੋਲ ਸਾਈਡ 2 ਸੈਂਟੀਮੀਟਰ। ਤੇ ਵੋਲਿਊਮ ਜਦੋਂ ਅਸੀਂ ਕੱਢਾਂਗੇ ਤਾਂ ਫਾਰਮੂਲਾ ਹੁੰਦਾ ਜੀ ਸਾਈਡ ਦਾ ਕਿਊਬ, ਸਾਈਡ ਦਾ ਕਿਊਬ। ਹਾਂਜੀ, ਸੇਮ ਇੱਥੇ ਇਹ ਵਾਲਾ ਜੋ ਹੈ ਫਾਰਮੂਲਾ ਯੂਜ਼ ਹੋਏਗਾ। ਬਸ ਡਿਫਰੈਂਸ ਕੀ ਹੈ ਕਿ ਜੋ ਸਾਈਡ ਹੈ ਉਹ ਇੱਕ 'ਚ 1 ਸੈਂਟੀਮੀਟਰ ਹੈ, ਇੱਕ 'ਚ 2 ਸੈਂਟੀਮੀਟਰ ਹੈ। ਹਾਂਜੀ, 1 ਸੈਂਟੀਮੀਟਰ ਦਾ ਕਿਊਬ ਕਰਾਂਗੇ, ਇੱਥੇ ਜੋ ਹੈ ਅਸੀਂ 2 ਸੈਂਟੀਮੀਟਰ ਦਾ ਕਿਊਬ ਕਰਾਂਗੇ। ਇਹ ਜੋ ਹੈ 1 ਸੈਂਟੀਮੀਟਰ ਕਿਊਬ ਹੀ ਰਹੇਗਾ। ਹਾਂਜੀ, ਇਸ 'ਚ ਦੇਖੋ 2 ਦੀ ਪਾਵਰ ਜੋ ਹੈ 3 ਹੈ, ਤਾਂ 2 ਨੂੰ ਜੋ ਹੈ 3 ਟਾਈਮਸ ਮਲਟੀਪਲਾਈ ਕਰਾਂਗੇ। 2 2s ਦਾ 4 ਹੋ ਗਿਆ, 4 2s ਦਾ 8 ਹੋ ਗਿਆ, ਤੇ ਸੈਂਟੀਮੀਟਰ ਕਿਊਬ ਐਜ਼ ਇਟ ਇਜ਼। ਤਾਂ ਵੋਲਿਊਮ ਆਈ ਹੈ ਜੀ, ਜੋ ਸਾਈਡ 1 ਸੈਂਟੀਮੀਟਰ ਸੀ ਉਸ ਕਿਊਬ ਦੀ ਵੋਲਿਊਮ ਹੈ 1 ਸੈਂਟੀਮੀਟਰ ਕਿਊਬ, ਤੇ ਜੋ ਸਾਈਡ 2 ਸੈਂਟੀਮੀਟਰ ਵਾਲਾ ਕਿਊਬ ਸੀ ਉਹਦੀ ਵੋਲਿਊਮ ਆਈ ਹੈ ਜੀ 8 ਸੈਂਟੀਮੀਟਰ ਕਿਊਬ। ਹੁਣ ਅਸੀਂ ਕਰਨਾ ਕੀ ਹੈ, ਆਪਣੇ ਆਨਸਰ ਵਾਸਤੇ ਜੋ 2 ਸੈਂਟੀਮੀਟਰ ਸਾਈਡ ਵਾਲਾ ਕਿਊਬ ਹੈ ਉਸ ਦੀ ਜੋ ਵੋਲਿਊਮ ਆਈ ਹੈ ਨਾ 8 ਸੈਂਟੀਮੀਟਰ ਕਿਊਬ, ਇਸ ਨੂੰ ਅਸੀਂ ਡਿਵਾਈਡ ਕਰਾਂਗੇ ਜੋ 1 ਸੈਂਟੀਮੀਟਰ ਕਿਊਬ ਦੀ ਵੋਲਿਊਮ ਆਈ ਹੈ। ਇੱਕ ਵਾਰੀ ਫਿਰ ਸੁਣ ਲਓ ਵੀ ਜੋ 2 ਸੈਂਟੀਮੀਟਰ ਸਾਈਡ ਵਾਲਾ ਜੋ ਕਿਊਬ ਸੀ ਉਸ ਦੀ ਵੋਲਿਊਮ ਨੂੰ ਅਸੀਂ ਡਿਵਾਈਡ ਕਰ ਰਹੇ ਹਾਂ ਜੋ 1 ਸੈਂਟੀਮੀਟਰ ਸਾਈਡ ਵਾਲਾ ਕਿਊਬ ਦੀ ਜੋ ਵੋਲਿਊਮ ਆਈ ਹੈ। ਠੀਕ ਹੈ, ਉਸ ਦੇ ਨਾਲ। ਹਾਂਜੀ, ਸੈਂਟੀਮੀਟਰ ਕਿਊਬ ਦੇ ਨਾਲ ਸੈਂਟੀਮੀਟਰ ਕਿਊਬ ਜੋ ਹੈ ਇਹ ਕੈਂਸਲ ਆਊਟ ਹੋ ਜਾਏਗਾ। 8 ਨੂੰ 1 ਦੇ ਨਾਲ ਡਿਵਾਈਡ ਕਰਾਂਗੇ ਤਾਂ ਉਸਨੇ 8 ਹੀ ਰਹਿਣਾ ਹੈ। ਕਿਸੇ ਵੀ ਨੰਬਰ ਨੂੰ 1 ਨਾਲ ਡਿਵਾਈਡ ਕਰੋ ਤਾਂ ਉਹ ਨੰਬਰ ਐਜ਼ ਇਟ ਇਜ਼ ਰਹਿੰਦਾ ਹੈ, ਤਾਂ 8 ਨੂੰ 1 ਨਾਲ ਡਿਵਾਈਡ ਕਰਾਂਗੇ ਤਾਂ 8 ਹੀ ਰਹੇਗਾ। ਠੀਕ ਹੈ, ਹਾਂਜੀ, ਸਾਡਾ ਫਾਈਨਲ ਆਨਸਰ ਹੈ ਜੀ 8। ਇਸ ਦਾ ਹੁਣ ਮੀਨਿੰਗ ਕੀ ਹੋਇਆ ਵੀ 1 ਸੈਂਟੀਮੀਟਰ ਸਾਈਡ ਵਾਲੇ ਅਗਰ ਅਸੀਂ 8 ਕਿਊਬਸ ਨੂੰ ਜੁਆਇਨ ਕਰਾਂਗੇ ਤਾਂ ਸਾਡੇ ਕੋਲ ਜੋ ਹੈ ਇੱਕ ਕਿਊਬ ਬਣੇਗਾ ਜਿਸ ਦੀ ਸਾਈਡ 2 ਸੈਂਟੀਮੀਟਰ ਦੀ ਹੋਏਗੀ। 1 ਸੈਂਟੀਮੀਟਰ ਭੁਜਾ ਵਾਲੇ 8 ਕਣਾਂ ਨੂੰ ਮਿਲਾ ਕੇ ਜੋ ਹੈ 2 ਸੈਂਟੀਮੀਟਰ ਭੁਜਾ ਵਾਲਾ ਇੱਕ ਕਣ ਬਣ ਸਕਦਾ ਹੈ। ਹਾਂਜੀ, ਇੱਥੇ ਅਸੀਂ 8 ਆਪਣਾ ਫਾਈਨਲ ਆਨਸਰ ਜੋ ਹੈ ਲਿਖਾਂਗੇ। ਨੈਕਸਟ GST ਵਿੱਚ ਡੈਸ਼ ਟੈਕਸ ਸਲੈਬ ਹਨ, ਤਾਂ ਇੱਥੇ ਫਾਈਨਲ ਆਨਸਰ ਹੈ ਜੀ 5।
GST ਵਿੱਚ 5 ਟੈਕਸ ਸਲੈਬ ਹਨ, ਠੀਕ ਹੈ। GST ਵਿੱਚ 5 ਟੈਕਸ ਸਲੈਬ ਹਨ। ਹਾਂਜੀ, ਇਸ ਤੋਂ ਬਾਅਦ ਸਾਨੂੰ ਜੋ ਹੈ ਇਹਨਾਂ ਨੇ ਇੱਕ ਕੁਐਸਚਨ ਦੇ ਰੱਖਿਆ ਹੈ, ਤਾਂ ਇਸ ਦਾ ਜੋ ਹੈ ਇਹਨਾਂ ਨੇ ਮਿਆਰੀ ਰੂਪ ਜੋ ਹੈ ਪੁੱਛਿਆ ਹੈ। ਹਾਂਜੀ, ਵੈਲਿਊ ਜੋ ਹੈ ਦੇਖ ਲਓ। ਜ਼ੀਰੋਜ਼ ਕਾਊਂਟ ਕਰ ਲਓ, 1 2 3 4 5 6, ਮਤਲਬ ਕਿ 21 ਤੋਂ ਪਹਿਲਾਂ 6 ਜੋ ਹੈ ਜ਼ੀਰੋਆਂ ਨੇ, ਠੀਕ ਹੈ। ਇਹ ਵਾਲੀ ਤਾਂ ਚਲੋ ਡੈਸੀਮਲ ਦੇ ਲੈਫਟ ਸਾਈਡ ਤੇ ਹੋ ਗਈ ਹੈ। ਹਾਂਜੀ, 1 2 3 4 5 ਤੇ 6, ਠੀਕ ਹੈ। ਚਲੋ ਜ਼ੀਰੋ ਡੈਸੀਮਲ 0 0 0। ਹਾਂਜੀ, ਇਸ ਦਾ ਸਾਨੂੰ ਮਿਆਰੀ ਰੂਪ ਦੱਸਣਾ ਹੈ। ਇਹਦੇ ਵਾਸਤੇ ਕਰਨਾ ਕੀ ਹੁੰਦਾ ਹੈ, ਦੇਖੋ। ਮੈਨੂੰ ਨਾ ਜ਼ਰਾ ਕਾਊਂਟ ਕਰਕੇ ਦੱਸੋ। ਦੇਖੋ, ਡੈਸੀਮਲ ਤੋਂ ਬਾਅਦ ਇੱਕ ਤਾਂ 6 ਤਾਂ ਜ਼ੀਰੋਆਂ ਨੇ। ਮੈਂ ਨਾ ਤੁਹਾਨੂੰ ਕਾਊਂਟ ਕਰਕੇ ਦਿਖਾ ਦਿੰਦਾ, 1 2 3 4 5 6 7 ਤੇ 8, ਠੀਕ ਹੈ। ਡੈਸੀਮਲ ਤੋਂ ਬਾਅਦ ਦੇਖੋ 6 ਤਾਂ ਜ਼ੀਰੋਆਂ ਨੇ, ਉਸ ਤੋਂ ਬਾਅਦ 2 ਔਰ 1 ਜੋ ਇਹ ਅੰਕ ਨੇ, 2 ਜੋ ਹੈ ਉਹ 7ਵਾਂ ਅੰਕ ਹੈ, ਪਹਿਲੇ 6 ਜ਼ੀਰੋਆਂ ਹੋ ਗਈਆਂ, ਠੀਕ ਹੈ। ਤੇ ਜੋ ਮਤਲਬ 1 ਹੈ 1 ਹੈ ਉਹ 8ਵਾਂ ਅੰਕ ਹੈ, ਠੀਕ ਹੈ, 8th ਡਿਜਿਟ ਹੈ। ਹਾਂਜੀ, ਹੁਣ ਜਿੰਨਾ ਇਹ ਨੰਬਰ ਆਇਆ ਹੈ ਨਾ, ਮਤਲਬ ਦੇਖੋ 1 ਤੋਂ ਲੈ ਕੇ 8 ਤੱਕ ਆਇਆ ਹੈ ਨਾ, ਡੈਸੀਮਲ ਤੋਂ ਬਾਅਦ 8 ਅੰਕ ਨੇ, 6 ਜ਼ੀਰੋਆਂ ਹੋ ਗਈਆਂ, 7ਵਾਂ ਜੋ ਅੰਕ ਹੈ ਉਹ 2 ਹੈ, 8ਵਾਂ ਅੰਕ ਜੋ ਹੈ ਉਹ 1 ਹੈ। ਤਾਂ ਡੈਸੀਮਲ ਤੋਂ ਬਾਅਦ ਸਾਡੇ ਕੋਲ ਜੋ ਹੈ ਡੈਸੀਮਲ ਦੇ ਰਾਈਟ ਸਾਈਡ ਤੇ, ਇਹ ਰਾਈਟ ਸਾਈਡ ਹੈ, ਇਹ ਲੈਫਟ ਸਾਈਡ ਹੈ, ਠੀਕ ਹੈ। ਡੈਸੀਮਲ ਦੇ ਰਾਈਟ ਸਾਈਡ ਤੇ ਜਿੰਨੇ ਵੀ ਡਿਜਿਟਸ ਨੇ, ਜਿੰਨੇ ਵੀ ਅੰਕ ਨੇ, ਜਿਵੇਂ ਇੱਥੇ 8 ਅੰਕ ਨੇ, ਤਾਂ ਹੁਣ ਇਹਨਾਂ ਅੰਕਾਂ ਤੋਂ ਅਸੀਂ ਕਰਨਾ ਕੀ ਹੈ, ਦੇਖੋ। ਇੱਥੇ ਅਸੀਂ ਲਿਖਾਂਗੇ 21, ਕਿਹੜਾ 21 ਹੈ, ਇਹ ਵਾਲਾ 21 ਹੈ, ਠੀਕ ਹੈ, 21 ਹੈ, ਠੀਕ ਹੈ। ਹਾਂਜੀ, ਤੇ ਅਪੋਨ ਦੇ ਵਿੱਚ ਡਿਨੋਮੀਨੇਟਰ ਦੇ ਵਿੱਚ ਅਸੀਂ ਕੀ ਲਿਖਣਾ ਹੈ, 10 ਰੇਜ਼ ਟੂ ਪਾਵਰ 8। ਹੁਣ ਇਹ 8 ਕਿੱਥੋਂ ਆਇਆ ਹੈ, 8 ਜੋ ਅਸੀਂ ਅੰਕ ਕਾਊਂਟ ਕੀਤੇ ਸੀ ਡੈਸੀਮਲ ਤੋਂ ਰਾਈਟ ਸਾਈਡ ਦੇ ਵਿੱਚ, ਉਹ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹੁਣ ਇਸ ਤੋਂ ਬਾਅਦ ਕਰਨਾ ਕੀ ਹੈ, ਇਹ ਜੋ 21 ਹੈ ਨਾ, ਤੇ ਇਸ ਨੂੰ ਤਾਂ ਐਜ਼ ਇਟ ਇਜ਼ ਰਹਿਣ ਦਿਓ ਨਿਊਮਰੇਟਰ ਦੇ ਵਿੱਚ। ਹਾਂਜੀ, ਇਹ ਜੋ ਡਿਨੋਮੀਨੇਟਰ ਦਾ 10 ਰੇਜ਼ ਟੂ ਪਾਵਰ 8 ਹੈ ਨਾ, ਇਸ ਦੇ ਵਿੱਚੋਂ ਇੱਕ 10 ਜੋ ਹੈ ਬਾਹਰ ਕੱਢ ਲਓ, ਤੇ 10 ਰੇਜ਼ ਟੂ ਪਾਵਰ 7 ਨੂੰ ਐਜ਼ ਇਟ ਇਜ਼ ਰਹਿਣ ਦਿਓ। ਇਹ ਵਾਲਾ ਜੋ 10 ਬਾਹਰ ਕੱਢਿਆ ਹੈ ਉਸ ਦਾ ਰੀਜ਼ਨ ਕੀ ਹੈ ਉਹ ਮੈਂ ਹੁਣੇ ਦੱਸਦਾ ਹਾਂ। ਹਾਂਜੀ, ਹੁਣ ਇਹ ਜੋ ਨਿਊਮਰੇਟਰ ਦੇ ਵਿੱਚ 21 ਹੈ ਨਾ, ਤੇ ਦੇਖੋ ਸਾਡੇ ਕੋਲ ਨਾ ਕੁਝ ਇਹ ਹੈ 21 ਅਪੋਨ 10, ਤੇ ਜੋ ਇਹ 10 ਰੇਜ਼ ਟੂ ਪਾਵਰ 7 ਹੈ ਨਾ, ਇਸ ਨੂੰ ਉੱਪਰ ਲੈ ਜਾਓ ਨਿਊਮਰੇਟਰ ਦੇ ਵਿੱਚ, ਤਾਂ ਇਹ ਹੋਏਗਾ ਕਿ ਜੋ ਪਾਵਰ ਹੈ, ਜਿਵੇਂ ਥੱਲੇ ਜੋ ਹੈ ਡਿਨੋਮੀਨੇਟਰ ਦੇ ਵਿੱਚ ਪਲੱਸ ਦਾ 7 ਸੀ, ਦੇਖੋ ਨਾ, ਇਸ ਨੂੰ ਦੇਖੋ 10 ਰੇਜ਼ ਟੂ ਪਾਵਰ ਪਲੱਸ ਦਾ 7 ਸੀ, ਉੱਪਰ ਜਾ ਕੇ ਇਹ 10 ਰੇਜ਼ ਟੂ ਪਾਵਰ -7 ਹੋ ਜਾਏਗਾ। ਹਾਂਜੀ, ਤੇ 21 ਦੇ ਅਪੋਨ ਦੇ ਵਿੱਚ ਦੇਖੋ 10 ਹੈ ਨਾ, ਇਹ ਵਾਲਾ 10 ਹੈ ਉਹ। ਜਸਟ 1 ਮਿੰਟ। ਹਾਂਜੀ, 21 ਦੇ ਅਪੋਨ ਦੇ ਵਿੱਚ 10 ਹੈ, ਤਾਂ ਹੁਣ ਅਗਰ ਅਸੀਂ ਇਸ ਨੂੰ ਸੋਲਵ ਕਰਕੇ ਲਿਖਣਾ ਹੈ ਤਾਂ ਇਵੇਂ ਲਿਖ ਸਕਦੇ ਹਾਂ 2.1। ਅਗਰ ਮੈਂ 10 ਨੂੰ ਹਟਾਉਣਾ ਹੈ ਤਾਂ ਤੁਹਾਨੂੰ ਪਤਾ ਹੀ ਹੋਏਗਾ ਵੀ ਅਗਰ ਡਿਨੋਮੀਨੇਟਰ ਵਾਲਾ 10 ਜੋ ਹੈ ਉਸਨੂੰ ਅਗਰ ਅਸੀਂ ਹਟਾਉਣਾ ਹੈ ਤਾਂ ਜੋ 2.1 ਹੈ ਉਸਨੂੰ ਆਪਾਂ ਐਜ਼ ਇਟ ਇਜ਼ ਲਿਖ ਸਕਦੇ ਹਾਂ, ਠੀਕ ਹੈ। ਜਿਵੇਂ ਹੀ ਅਸੀਂ ਡਿਨੋਮੀਨੇਟਰ ਵਾਲਾ 10 ਹਟਾਵਾਂਗੇ 21 ਜੋ ਹੈ ਉਹ 2.1 ਬਣ ਜਾਏਗਾ, ਤੇ ਨਾਲ 10 ਰੇਜ਼ ਟੂ ਪਾਵਰ -7 ਐਜ਼ ਇਟ ਇਜ਼। ਹਾਂਜੀ, ਉਹਨਾਂ ਨੇ ਸਾਨੂੰ ਮਿਆਰੀ ਰੂਪ ਕਿਹਾ ਸੀ, ਤਾਂ ਇਹ ਹੈ ਮਿਆਰੀ ਰੂਪ, ਠੀਕ ਹੈ। 2.1 ਇੰਟੂ 10 ਰੇਜ਼ ਟੂ ਪਾਵਰ -7, 2.1 ਇੰਟੂ 10 ਰੇਜ਼ ਟੂ ਪਾਵਰ -7 ਇਜ਼ ਆਵਰ ਰਾਈਟ ਆਂਸਰ।
ਨੈਕਸਟ ਹੈ ਜੀ, ਇਹ ਕਾਫੀ ਸਿੰਪਲ ਹੈ। ਬਿੰਦੂ 27 ਦਾ ਭੁਜ ਡੈਸ਼ ਹੈ। ਦੇਖੋ ਬਿੰਦੂ ਅਸੀਂ ਇੰਗਲਿਸ਼ ਦੇ ਵਿੱਚ ਪੁਆਇੰਟ ਨੂੰ ਕਹਿੰਦੇ ਹਾਂ, ਅਤੇ ਜਿਹੜਾ ਇਹ ਮਤਲਬ ਪਹਿਲੇ ਵਾਲਾ ਹੈ ਉਹ ਐਕਸ ਕੋਆਰਡੀਨੇਟ ਹੁੰਦਾ ਹੈ, ਇਸ ਨੂੰ ਅਸੀਂ ਭੁਜ ਕਹਿੰਦੇ ਹਾਂ, ਠੀਕ ਹੈ। ਅਤੇ ਜਿਹੜਾ ਸੈਕਿੰਡ ਹੁੰਦਾ ਹੈ, ਮਤਲਬ ਜਿਵੇਂ 7 ਹੈ, ਉਹ ਵਾਈ ਕੋਆਰਡੀਨੇਟ ਹੈ, ਉਸ ਨੂੰ ਅਸੀਂ ਕੋਟੀ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਜੋ ਐਕਸ ਕੋਆਰਡੀਨੇਟ ਹੈ, ਐਕਸ ਦੀ ਵੈਲਿਊ ਹੈ, ਉਸ ਨੂੰ ਭੁਜ ਕਿਹਾ ਜਾਂਦਾ ਹੈ, ਅਤੇ ਜੋ ਵਾਈ ਦੀ ਵੈਲਿਊ ਹੁੰਦੀ ਹੈ, ਵਾਈ ਕੋਆਰਡੀਨੇਟ ਦੀ ਵੈਲਿਊ ਹੁੰਦੀ ਹੈ, ਉਸ ਨੂੰ ਕੋਟੀ ਕਿਹਾ ਜਾਂਦਾ ਹੈ। ਇੱਥੇ ਸਾਡੇ ਕੋਲ ਇਹਨਾਂ ਨੇ ਇਸ ਪੁਆਇੰਟ ਦਾ, ਇਸ ਬਿੰਦੂ ਦਾ ਭੁਜ ਪੁੱਛਿਆ ਹੈ। ਇਟ ਮੀਨਸ ਕਿ ਐਕਸ ਦੀ ਵੈਲਿਊ ਪੁੱਛੀ ਹੈ, ਠੀਕ ਹੈ, ਵੀ ਐਕਸ ਕੋਆਰਡੀਨੇਟ ਦੀ ਵੈਲਿਊ ਕਿੰਨੀ ਹੈ। ਤਾਂ ਇੱਥੇ ਦੇਖ ਸਕਦੇ ਹਾਂ ਐਕਸ ਕੋਆਰਡੀਨੇਟ ਦੀ ਵੈਲਿਊ ਜੋ ਹੈ ਉਹ 2 ਹੈ, ਤਾਂ ਇੱਥੇ ਅਸੀਂ ਆਪਣਾ ਆਨਸਰ ਦੇਵਾਂਗੇ 2। ਬਿੰਦੂ 27 ਦਾ ਭੁਜ 2 ਹੈ। ਪੁਆਇੰਟ 27 ਦਾ ਐਕਸ ਕੋਆਰਡੀਨੇਟ ਜੋ ਹੈ ਉਹ 2 ਹੈ। ਹਾਂਜੀ, ਕੁਐਸਚਨ ਨੰਬਰ 3 ਹੈ ਜੀ, ਦਿੱਤੇ ਪ੍ਰਸ਼ਨ ਲਈ ਸਹੀ ਗਲਤ ਚੁਣੋ, ਹਰੇਕ ਪ੍ਰਸ਼ਨ ਦਾ 1 ਅੰਕ ਹੈ। ਪਹਿਲਾ ਹੈ ਜੀ 2x+3 = 5y-2 ਇੱਕ ਚਲ ਵਿੱਚ ਰੇਖੀ ਸਮੀਕਰਨ ਨਹੀਂ ਹੈ। ਸਾਨੂੰ ਦੱਸਣਾ ਹੈ ਵੀ ਇਹ ਸਹੀ ਹੈ ਜਾਂ ਗਲਤ ਹੈ। ਦੇਖੋ ਇੰਗਲਿਸ਼ ਦੇ ਵਿੱਚ ਸਮਝਾ ਦਾਂ ਵੀ ਇਹ ਇੱਕ ਚਲ ਵਿੱਚ ਰੇਖੀ ਸਮੀਕਰਨ ਦਾ ਮੀਨਿੰਗ ਕੀ ਹੈ। ਸਮੀਕਰਨ ਅਸੀਂ ਕਹਿੰਦੇ ਹਾਂ ਇਕੁਏਸ਼ਨ ਨੂੰ, ਅਤੇ ਚਲ ਦਾ ਮੀਨਿੰਗ ਹੁੰਦਾ ਹੈ ਵੇਰੀਏਬਲ। ਇੱਕ ਮੀਨਸ 1 ਅਤੇ ਰੇਖੀ ਮੀਨਸ ਹੁੰਦਾ ਹੈ ਲੀਨੀਅਰ। ਤਾਂ ਇਹ ਜੋ ਹੈ ਸਾਡੇ ਕੋਲ ਕੁਐਸਚਨ ਇਹਨਾਂ ਨੇ ਇਹ ਪੁੱਛਿਆ ਹੈ ਵੀ ਜੋ ਇਕੁਏਸ਼ਨ ਦੇ ਰੱਖੀ ਹੈ 2x+3 = 5y-2, ਇਹ ਜੋ ਹੈ ਉਹਨਾਂ ਨੇ ਕਿਹਾ ਹੈ ਸਾਨੂੰ ਵੀ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਨਹੀਂ ਹੈ। ਕੁਐਸਚਨ ਇਹ ਹੈ, ਚਲ ਦਾ ਮੀਨਿੰਗ ਵੇਰੀਏਬਲ ਹੁੰਦਾ ਹੈ, ਇੱਕ ਦਾ ਮੀਨਿੰਗ 1 ਹੈ, ਰੇਖੀ ਮੀਨਸ ਲੀਨੀਅਰ, ਸਮੀਕਰਨ ਮੀਨਸ ਇਕੁਏਸ਼ਨ, ਵੀ ਇਹ ਜੋ ਹੈ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਨਹੀਂ ਹੈ। ਇਹਨਾਂ ਨੇ ਸਾਡੇ ਕੋਲ ਪੁੱਛਿਆ ਹੈ ਵੀ ਇਹ ਗਲਤ ਹੈ ਜਾਂ ਸਹੀ ਹੈ। ਤਾਂ ਇਹ ਜੋ ਹੈ ਇਹਦਾ ਆਨਸਰ ਸਹੀ ਹੋਏਗਾ। ਉਹਦਾ ਰੀਜ਼ਨ ਕੀ ਹੈ, ਦੇਖੋ ਇੱਥੇ 2 ਦੇ ਨਾਲ ਵੀ x ਆ ਰਿਹਾ ਹੈ, 5 ਦੇ ਨਾਲ y ਆ ਰਿਹਾ ਹੈ, ਠੀਕ ਹੈ। ਨਾਲ ਇੱਧਰ ਇਹ ਕਹਿ ਰਹੇ ਹੈ ਇੱਕ ਚਲ। ਹੁਣ ਇੱਕ ਚਲ ਦਾ ਮੀਨਿੰਗ ਕੀ ਹੋਇਆ ਵੀ 1 ਵੇਰੀਏਬਲ, ਅਤੇ ਵੇਰੀਏਬਲ ਤਾਂ ਇੱਥੇ 2 ਆ ਰਹੇ ਹੈ। ਜੋ x ਹੈ ਉਹ ਵੀ ਵੇਰੀਏਬਲ ਹੈ, ਜੋ y ਹੈ ਉਹ ਵੀ ਵੇਰੀਏਬਲ ਹੈ, ਜਦ ਕਿ ਗੱਲ ਹੋ ਰਹੀ ਹੈ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਦੀ। ਇੱਕ ਚਲ ਕਿਆ ਹੈ ਨਾ, ਇੱਕ ਚਲ ਮਤਲਬ ਕਿ 1 ਵੇਰੀਏਬਲ, ਅਤੇ ਇਕੁਏਸ਼ਨ ਦੇ ਵਿੱਚ ਵੇਰੀਏਬਲ 2 ਆ ਰਹੇ ਹੈ, ਵੇਰੀਏਬਲ ਜੋ ਹੈ ਉਹ 2 ਆ ਰਹੇ ਹੈ। ਤਾਂ ਇਹਨਾਂ ਨੇ ਸਾਨੂੰ ਮਤਲਬ ਜੋ ਕੁਐਸਚਨ ਹੈ ਨਾ ਇਸ ਤਰ੍ਹਾਂ ਦਿੱਤਾ ਹੈ 2x+3 = 5y-2 ਇੱਕ ਚਲ ਵਿੱਚ ਰੇਖੀ ਸਮੀਕਰਨ ਨਹੀਂ ਹੈ, ਠੀਕ ਹੈ। ਤਾਂ ਇਹ ਸਹੀ ਹੈ ਵੀ ਇਹ ਇੱਕ ਚਲ ਵਿੱਚ ਰੇਖੀ ਸਮੀਕਰਨ ਨਹੀਂ ਹੈ। ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਇਹ ਜੋ ਹੈ ਨਹੀਂ ਹੈ। ਹਾਂਜੀ, ਸਹੀ ਜੋ ਹੈ ਇਸ ਦਾ ਜਵਾਬ ਹੋਏਗਾ। ਸੈਕਿੰਡ ਹੈ ਜੀ, ਸਮਾਂਤਰ ਚਤੁਰਭੁਜ ਦੇ ਵਿਕਰਨ ਬਰਾਬਰ ਹੁੰਦੇ ਹਨ, ਇਹ ਗਲਤ ਹੈ। ਸਮਾਂਤਰ ਚਤੁਰਭੁਜ ਅਸੀਂ ਕਿਸ ਨੂੰ ਕਹਿੰਦੇ ਹਾਂ, ਪੈਰਲੈਲੋਗ੍ਰਾਮ ਨੂੰ ਕਹਿੰਦੇ ਹਾਂ। ਤਾਂ ਪੈਰਲੈਲੋਗ੍ਰਾਮ ਦੇ ਵਿੱਚ ਜੋ ਡਾਇਗਨਲਸ ਹੁੰਦੇ ਨੇ ਉਹ ਇਕੁਅਲ ਨਹੀਂ ਹੁੰਦੇ। ਸਮਾਂਤਰ ਚਤੁਰਭੁਜ ਦੇ ਵਿਕਰਨ ਬਰਾਬਰ ਹੁੰਦੇ ਹਨ, ਇਹ ਜੋ ਹੈ ਗਲਤ ਹੈ, ਠੀਕ ਹੈ। ਨੈਕਸਟ ਹੈ ਜੀ, ਹਾਂਜੀ, ਇਹ ਜੋ ਹੈ ਸੰਭਾਵਨਾ ਵਾਲਾ ਜੋ ਪ੍ਰੋਬੇਬਿਲਿਟੀ ਹੁੰਦੀ ਹੈ ਉਸ ਦਾ ਕੁਐਸਚਨ ਹੈ। ਇੱਕ ਥੈਲਾ ਜਿਸ ਵਿੱਚ 10 ਨੀਲੀਆਂ ਗੇਂਦਾਂ ਹਨ, ਵਿੱਚੋਂ ਇੱਕ ਲਾਲ ਗੇਂਦ ਮਿਲਣ ਦੀ ਸੰਭਾਵਨਾ 3/10 ਹੈ। ਜਦ ਉਹਨਾਂ ਨੇ ਕਹਿ ਹੀ ਦਿੱਤਾ ਹੈ ਵੀ ਜੋ ਥੈਲਾ ਹੈ ਉਸ ਦੇ ਵਿੱਚ ਸਿਰਫ 10 ਨੀਲੀਆਂ ਗੇਂਦਾਂ ਨੇ, ਠੀਕ ਹੈ। ਥੈਲੇ ਦੇ ਵਿੱਚ ਜਦ ਗੇਂਦਾਂ ਦਾ ਜੋ ਰੰਗ ਹੈ ਉਹ ਨੀਲਾ ਹੈ ਔਰ ਗੇਂਦਾਂ 10 ਨੇ, ਤਾਂ ਲਾਲ ਗੇਂਦ ਮਿਲਣ ਦੀ ਸੰਭਾਵਨਾ ਤਾਂ ਹੋ ਹੀ ਨਹੀਂ ਸਕਦੀ। ਲਾਲ ਗੇਂਦ ਮਿਲਣ ਦੀ ਸੰਭਾਵਨਾ ਤਾਂ 0 ਹੋਏਗੀ, ਕਿਉਂਕਿ ਜੋ ਥੈਲਾ ਹੈ ਉਸ ਦੇ ਵਿੱਚ ਤਾਂ 10 ਨੀਲੀਆਂ ਗੇਂਦਾਂ ਨੇ। ਤਾਂ ਫਿਰ ਨੀਲੀਆਂ ਗੇਂਦਾਂ ਦੇ ਵਿੱਚੋਂ ਲਾਲ ਗੇਂਦ ਕਿਵੇਂ ਜੋ ਹੈ ਕੱਢੀ ਜਾ ਸਕਦੀ ਹੈ, ਠੀਕ ਹੈ। ਇੱਕ ਥੈਲਾ ਜਿਸ ਵਿੱਚ 10 ਨੀਲੀਆਂ ਗੇਂਦਾਂ ਹਨ, ਵਿੱਚੋਂ ਇੱਕ ਲਾਲ ਗੇਂਦ ਮਿਲਣ ਦੀ ਸੰਭਾਵਨਾ 3/10 ਨਹੀਂ 0 ਹੈ, ਠੀਕ ਹੈ। ਹਾਂਜੀ, ਤਾਂ ਇਹ ਜੋ ਹੈ ਗਲਤ ਹੈ। ਇਸ ਦਾ ਆਨਸਰ ਅਸੀਂ ਲਿਖਾਂਗੇ ਵੀ ਇਹ ਜੋ ਹੈ ਗਲਤ ਹੈ। ਨੈਕਸਟ ਇਹਨਾਂ ਨੇ ਪੁੱਛਿਆ ਵੀ 7y-5 ਇੱਕ ਦੋ ਪਦੀ ਹੈ। ਹਾਂ, ਇਹ ਸਹੀ ਹੈ। ਦੋ ਪਦੀ ਦਾ ਮਤਲਬ ਕੀ ਹੈ ਵੀ
ਇਸ ਦੇ ਵਿੱਚ ਦੇਖੋ 2 ਟਰਮਸ ਆ ਰਹੀਆਂ ਨੇ ਨਾ, 7y ਇੱਕ ਟਰਮ ਹੈ ਤੇ 5 ਜੋ ਹੈ ਉਹ ਇੱਕ ਅਲੱਗ ਟਰਮ ਹੈ। ਤਾਂ ਦੋ ਪਦੀ ਦਾ ਮਤਲਬ ਕੀ ਹੁੰਦਾ ਹੈ ਵੀ ਇਸ ਦੇ ਵਿੱਚ 2 ਟਰਮਸ ਆ ਰਹੀਆਂ ਨੇ, ਠੀਕ ਹੈ। ਤਾਂ 7y ਇੱਕ ਟਰਮ ਹੈ, ਜੋ 5 ਹੈ ਉਹ ਸੈਕਿੰਡ ਟਰਮ ਹੈ। ਤਾਂ ਇਹ ਜੋ ਹੈ ਦੋ ਪਦੀ ਹੈ, 7y ਇੱਕ ਪਦ ਹੈ ਤੇ 5 ਜੋ ਹੈ ਦੂਸਰਾ ਪਦ ਹੈ, ਠੀਕ ਹੈ। ਇਸ ਨੂੰ 2 ਟਰਮਸ ਕਿਹਾ ਜਾਂਦਾ ਹੈ। ਹਾਂ, ਇਹ ਜੋ ਹੈ ਸਹੀ ਹੈ। 7y ਮਾਈਨਸ 5 ਇੱਕ ਦੋ ਪਦੀ ਹੈ, ਇਹ ਜੋ ਹੈ ਸਹੀ ਹੈ। ਸਿਲੰਡਰ ਦੀ ਕੁੱਲ ਸਤਹ ਦਾ ਖੇਤਰਫਲ 2πr ਬ੍ਰੈਕਟ ਦੇ ਵਿੱਚ r ਪਲਸ h ਹੈ। ਹਾਂਜੀ, ਇਹ ਵੀ ਸਹੀ ਹੈ ਵੀ ਜੋ ਸਿਲੰਡਰ ਹੁੰਦਾ ਹੈ ਉਸਦਾ ਜੋ ਟੋਟਲ ਜੋ ਸਰਫੇਸ ਏਰੀਆ ਹੁੰਦਾ ਹੈ ਉਸਦਾ ਜੋ ਫਾਰਮੂਲਾ ਹੈ ਉਹ ਹੈ 2πr ਬ੍ਰੈਕਟ ਦੇ ਵਿੱਚ r ਪਲਸ h। ਇੱਥੇ r ਜੋ ਹੈ ਉਹ ਰੇਡੀਅਸ ਹੁੰਦੀ ਹੈ, h ਜੋ ਹੈ ਹਾਈਟ ਹੁੰਦੀ ਹੈ, ਠੀਕ ਹੈ। ਹਾਂਜੀ, ਇਹ ਜੋ ਹੈ ਸਹੀ ਹੈ। ਜੋ ਇਹਨਾਂ ਨੇ ਸਾਨੂੰ ਏਰੀਆ ਦਾ ਜੋ ਫਾਰਮੂਲਾ ਦਿੱਤਾ ਹੋਇਆ ਹੈ ਕੁੱਲ ਜੋ ਟੋਟਲ ਸਰਫੇਸ ਏਰੀਆ ਦਾ, ਉਹ ਜੋ ਹੈ ਸਹੀ ਹੈ। ਹਾਂਜੀ, 5th ਵਾਲੇ ਦਾ ਆਨਸਰ ਸਹੀ ਹੈ। 6th ਹੈ ਜੀ, ਜੇਕਰ ਚੱਲ ਇਕੱਠੇ ਵੱਧਦੇ ਜਾਂ ਘਟਦੇ ਹਨ ਉਹ ਹਮੇਸ਼ਾ ਉਲਟ ਸਮਾਨ ਅਨੁਪਾਤ ਵਿੱਚ ਹੁੰਦੇ ਹਨ। ਇਹ ਜੋ ਹੈ ਦੇਖੋ ਗਲਤ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਜੇਕਰ ਚੱਲ ਇਕੱਠੇ ਵੱਧਦੇ ਜਾਂ ਘਟਦੇ ਹਨ, ਵੀ ਅਗਰ ਅਗਰ ਇੱਕ ਵੇਰੀਏਬਲ ਵੱਧ ਰਿਹਾ ਹੈ ਤਾਂ ਦੂਜਾ ਵੇਰੀਏਬਲ ਵੀ ਵੱਧ ਰਿਹਾ ਹੈ, ਜਾਂ ਇੱਕ ਵੇਰੀਏਬਲ ਘਟ ਰਿਹਾ ਹੈ ਤਾਂ ਦੂਜਾ ਵੇਰੀਏਬਲ ਵੀ ਘਟ ਰਿਹਾ ਹੈ। ਚੱਲ ਦਾ ਮੀਨਿੰਗ ਹੁੰਦਾ ਹੈ ਵੇਰੀਏਬਲ ਇੰਗਲਿਸ਼ ਦੇ ਵਿੱਚ। ਉਹ ਹਮੇਸ਼ਾ ਉਲਟ ਸਮਾਨ ਅਨੁਪਾਤ ਵਿੱਚ ਹੁੰਦੇ ਹਨ, ਨਹੀਂ। ਇਹ ਜੋ ਹੈ ਸਿੱਧੇ ਸਮਾਨ ਅਨੁਪਾਤ ਜਾਂ ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਹੁੰਦਾ ਹੈ ਵੀ ਅਗਰ ਇੱਕ ਚੀਜ਼ ਵੱਧ ਰਹੀ ਹੈ ਤਾਂ ਉਸਦੇ ਨਾਲ ਨਾਲ ਦੂਜੀ ਚੀਜ਼ ਵੀ ਵੱਧ ਰਹੀ ਹੈ, ਠੀਕ ਹੈ। ਇਹ ਸਿੱਧੇ ਸਮਾਨ ਅਨੁਪਾਤ ਦੇ ਵਿੱਚ ਹੁੰਦਾ ਹੈ। ਜੋ ਉਲਟਾ ਸਮਾਨ ਅਨੁਪਾਤ ਹੈ ਇਸ ਦੇ ਵਿੱਚ ਤਾਂ ਮਤਲਬ ਇਸ ਦੇ ਵਿੱਚ ਕੀ ਹੁੰਦਾ ਹੈ ਵੀ ਅਗਰ ਇੱਕ ਚੀਜ਼ ਵਧੇਗੀ ਤਾਂ ਦੂਜੀ ਚੀਜ਼ ਘਟੇਗੀ। ਇਹਦਾ ਐਗਜ਼ਾਮਪਲ ਕੀ ਹੈ ਵੀ ਕਿਸੇ ਕੰਮ ਨੂੰ ਸਾਨੂੰ ਜੋ ਹੈ ਮਜ਼ਦੂਰਾਂ ਤੋਂ ਕਰਵਾਉਣਾ ਹੈ, ਤਾਂ ਅਗਰ ਮੰਨ ਲਓ ਵੀ ਪਹਿਲਾਂ 5 ਮਜ਼ਦੂਰ ਮਿਲ ਕੇ ਜੋ ਹੈ ਉਸ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਰਹੇ ਸੀ, ਤਾਂ ਹੁਣ ਅਗਰ ਅਸੀਂ ਮਜ਼ਦੂਰ ਵਧਾ ਦਿੰਦੇ ਹਾਂ, ਠੀਕ ਹੈ, ਤਾਂ 5 ਤੋਂ 10 ਕਰ ਦਿੰਦੇ ਹਾਂ, ਤਾਂ ਜੋ ਕੰਮ ਹੈ ਉਹ ਹੁਣ ਮੰਨ ਲਓ ਵੀ ਜੋ ਕੰਮ ਪਹਿਲਾਂ 10 ਦਿਨਾਂ 'ਚ 5 ਮਜ਼ਦੂਰ ਕਰ ਰਹੇ ਸੀ, ਹੁਣ ਮਜ਼ਦੂਰ ਜੋ ਕਿ ਅਸੀਂ ਵਧਾ ਦਿੱਤੇ ਹੈ 5 ਤੋਂ 10 ਕਰ ਦਿੱਤੇ ਹੈ, ਤਾਂ ਉਹੀ ਕੰਮ ਜੋ ਹੈ ਹੁਣ 6 ਦਿਨਾਂ ਦੇ ਵਿੱਚ ਹੋ ਜਾਏਗਾ, ਠੀਕ ਹੈ। ਤਾਂ ਅਗਰ ਅਸੀਂ ਮਜ਼ਦੂਰ ਵਧਾ ਰਹੇ ਹਾਂ, ਕੰਮ ਕਰਨ ਦਾ ਜੋ ਸਮਾਂ ਹੈ ਉਹ ਘਟ ਰਿਹਾ ਹੈ, ਠੀਕ ਹੈ। ਤਾਂ ਇਸ ਨੂੰ ਕਿਹਾ ਜਾਂਦਾ ਹੈ ਉਲਟਾ ਸਮਾਨ ਅਨੁਪਾਤ। ਹਾਂਜੀ, ਜੇਕਰ ਚੱਲ ਇਕੱਠੇ ਵੱਧਦੇ ਜਾਂ ਘਟਦੇ ਹਨ, ਇਹ ਸਿੱਧੇ ਸਮਾਨ ਅਨੁਪਾਤ ਜਾਂ ਡਾਇਰੈਕਟ ਪ੍ਰਪੋਰਸ਼ਨ ਦਾ ਐਗਜ਼ਾਮਪਲ ਹੁੰਦਾ ਹੈ, ਨਾ ਕਿ ਉਲਟੇ ਸਮਾਨ ਅਨੁਪਾਤ ਦਾ। ਤਾਂ ਇਹ ਜੋ ਹੈ ਗਲਤ ਹੈ, ਠੀਕ ਹੈ। 6ਵੇਂ ਦਾ ਆਨਸਰ ਜੋ ਹੈ ਉਹ ਗਲਤ ਹੈ। ਨੈਕਸਟ ਹੈ ਜੀ, ਤਤਸਮਕ x² ਮਾਈਨਸ 6x ਪਲਸ 9 ਦੇ ਗੁਣਨਖੰਡ x ਮਾਈਨਸ 3 x ਮਾਈਨਸ 3 ਹਨ। ਇਹ ਜੋ ਹੈ ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਦਾ ਜੀ। x² ਮਾਈਨਸ 6x ਪਲਸ 9। ਹਾਂਜੀ, ਮਾਈਨਸ ਦੇ 6x ਨੂੰ ਮੈਂ ਲਿਖ ਸਕਦਾ ਮਾਈਨਸ ਦੇ 3x ਤੇ ਮਾਈਨਸ ਦੇ 3x। ਇਹਨਾਂ ਦੋਵਾਂ ਨੂੰ ਅਸੀਂ ਅਗਰ ਐਡ ਕਰਾਂਗੇ ਤਾਂ ਮਾਈਨਸ 6x ਹੀ ਆਉਣਾ ਹੈ, ਔਰ ਮਲਟੀਪਲਾਈ ਕਰਾਂਗੇ ਤਾਂ 9x² ਆਏਗਾ ਪਲੱਸ ਦਾ, ਠੀਕ ਹੈ। ਹਾਂਜੀ, ਇੱਥੇ x ਕੋਮਨ ਲਓ, x ਮਾਈਨਸ 3 ਇੱਕ ਬ੍ਰੈਕਟ ਦੇ ਵਿੱਚ ਰਹਿ ਗਿਆ, ਇਹਨਾਂ ਦੇ ਵਿੱਚੋਂ x ਕੋਮਨ ਲਿੱਤਾ ਹੈ ਜੀ ਮੈਂ, ਠੀਕ ਹੈ। ਹਾਂਜੀ, ਹੁਣ ਇੱਥੋਂ ਦੀ ਅਸੀਂ ਜੋ ਹੈ ਕੋਮਨ ਲਵਾਂਗੇ। ਜਿਸ ਟਾਈਮ ਅਸੀਂ ਕੁਝ ਕੋਮਨ ਲੈਣਾ ਹੈ ਇਸ ਚੀਜ਼ ਦਾ ਧਿਆਨ ਰੱਖਣਾ ਹੈ ਵੀ ਸੇਮ ਇਹੀ ਜੋ ਹੈ ਬ੍ਰੈਕਟ ਬਣਨੀ ਚਾਹੀਦੀ ਹੈ। ਹਾਂਜੀ, ਮਾਈਨਸ 3 ਜੋ ਹੈ ਮੈਂ ਕੋਮਨ ਲੈ ਰਿਹਾ ਹਾਂ। ਮਾਈਨਸ 3x ਦੇ ਵਿੱਚੋਂ ਮਾਈਨਸ 3 ਕੋਮਨ ਆ ਗਿਆ ਤਾਂ x ਰਹਿ ਗਿਆ, ਪਲੱਸ 9 ਦੇ ਵਿੱਚੋਂ ਮਾਈਨਸ 3 ਕੋਮਨ ਆਏਗਾ ਤਾਂ ਇੱਥੇ ਰਹਿ ਜਾਏਗਾ ਮਾਈਨਸ ਦੇ 3। ਹਾਂਜੀ, ਹੁਣ ਦੇਖੋ ਇਹ ਵਾਲੀ ਔਰ ਇਹ ਵਾਲੀ ਬ੍ਰੈਕਟ ਸੇਮ ਹੈ, ਤਾਂ ਇਸ ਪੂਰੇ ਦੇ ਵਿੱਚੋਂ ਯਾਨੀ ਕਿ ਇਸ ਪੂਰੇ ਦੇ ਵਿੱਚੋਂ x ਮਾਈਨਸ 3 ਨੂੰ ਬਾਹਰ ਕੋਮਨ ਲੈ ਲਓ। ਹਾਂਜੀ, ਇਹ ਵਾਲਾ x ਔਰ ਇਹ ਵਾਲਾ ਮਾਈਨਸ 3, ਠੀਕ ਹੈ। ਇਹ ਵਾਲਾ x ਤੇ ਇਹ ਵਾਲਾ ਮਾਈਨਸ 3, ਸਿਰਫ ਇਹ ਜੋ ਹੈ ਅੰਦਰ ਬਚਣਗੇ ਬ੍ਰੈਕਟ ਦੇ ਵਿੱਚ।
एक्स स्क्वेयर माइनस 6x प्लस 9 ਇਹਦੇ ਜੋ ਗੁਣਨਖੰਡ ਆਏ ਨੇ, ਜੋ ਫੈਕਟਰਸ ਆਏ ਨੇ ਉਹ x ਮਾਈਨਸ 3 x ਮਾਈਨਸ 3 ਹਨ। ਤਾਂ ਇਹ ਜੋ ਹੈ ਸਹੀ ਹੈ, ਠੀਕ ਹੈ। एक्स स्क्वेयर माइनस 6x प्लस 9 ਦੇ ਜੋ ਗੁਣਨਖੰਡ ਨੇ x ਮਾਈਨਸ 3 ਔਰ x ਮਾਈਨਸ 3 ਨੇ। ਤਤ ਸਮਕ एक्स स्क्वेयर माइनस 6x प्लस 9 ਦੇ ਗੁਣਨਖੰਡ ਯਾਨੀ ਕਿ ਫੈਕਟਰਸ x ਮਾਈਨਸ 3 x ਮਾਈਨਸ 3 ਹਨ। ਇਹ ਜੋ ਹੈ ਸਹੀ ਹੈ। ਜੇ ਕਿਸੇ ਨੂੰ ਕੋਈ ਕੁਐਸਚਨ ਨਹੀਂ ਸਮਝ ਆਇਆ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ।